ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਕਿਰਪਾਲਤਾ ਦਇਆਲਤਾ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਲੜੀਵਾਰ ਰੂਪ ਵਿੱਚ ਜਗਤ ਗੁਰੂ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਰਾਏ ਭੋਏ ਦੀ ਤਲਵੰਡੀ ਦਾ ਇਤਿਹਾਸ ਸਰਵਣ ਕਰ ਰਹੇ ਹਾਂ, ਜੋ ਮਹਾਰਾਜ ਸਾਹਿਬ ਜੀ ਨੇ ਬਾਲ ਕੌਤਕ ਕੀਤੇ। ਗਰੀਬ ਨਵਾਜ ਸਤਿਗੁਰੂ ਜੀ ਜਿਵੇਂ ਪਿਤਾ ਜੀ ਦੇ ਕਹਿਣ ਕਰਕੇ ਮੱਝਾਂ ਗਾਵਾਂ ਚਾਰਨ ਵਾਸਤੇ ਜਾਂਦੇ, ਜਿਵੇਂ ਸਤਿਗੁਰੂ ਜੀ ਨੇ ਉਹ ਜ਼ਿਮੀਂਦਾਰ ਦੇ ਕਣਕ ਦੇ ਖੇਤ ਦੇ ਵਿੱਚ ਆਪਣੀਆਂ ਮੱਝਾਂ ਗਾਵਾਂ ਉਵਾੜ ਖੋਲ ਕਰਕੇ ਵਿੱਚ ਵਾੜ ਦਿੱਤੀਆਂ, ਆਪ ਬਰਾਜ ਗਏ। ਸਾਰਾ ਜਿਹੜਾ ਕਿਆਰਾ ਸੀ ਖੇਤ ਚਰ ਕੇ ਰੱਜ ਪੁੱਜ ਕੇ ਵਿੱਚ ਹੀ ਬਹਿ ਗਈਆਂ। ਉਸਨੇ ਆ ਕੇ ਰੌਲਾ ਰੱਪਾ ਪਾਇਆ ਤੇ ਮੱਝਾਂ ਨੂੰ ਹਿੱਕ ਕੇ ਅੱਗੇ ਲਾ ਕੇ ਗਾਵਾਂ ਨੂੰ ਨਾਲ ਰਾਏ ਬੁਲਾਰ ਪਾਸ ਚਲੇ ਗਿਆ, ਫਰਿਆਦ ਕੀਤੀ। ਰਾਏ ਬੁਲਾਰ ਨੇ ਗੁਰੂ ਜੀ ਦੇ ਪਿਤਾ ਜੀ ਨੂੰ ਬੁਲਾਇਆ ਤਾਂ ਜਿਸ ਵੇਲੇ ਆਖਿਆ ਕਿ ਮਹਿਤਾ ਕਲਿਆਣ ਚੰਦ, ਹੁਣ ਉਜਾੜਾ ਭਾਰਤ, ਤੇਰੇ ਪੁੱਤਰ ਨੇ ਖੇਤ ਉਜਾੜ ਦਿੱਤਾ। ਮਹਾਰਾਜ ਕਹਿਣ ਲੱਗੇ ਵੇਖੋ ਤਾਂ ਸਹੀ, ਉੱਥੇ ਤਾਂ ਕੁਝ ਵੀ ਨਹੀਂ ਉਜੜਿਆ। ਜਦੋਂ ਜਾ ਕੇ ਵੇਖਿਆ ਇੱਕ ਪੱਤਾ ਵੀ ਨਹੀਂ ਉਜੜਿਆ ਹੋਇਆ, ਸਾਰੀ ਫਸਲ ਹਰੀ ਭਰੀ ਹੈ। ਜ਼ਿਮੀਂਦਾਰ ਵੇਖ ਕੇ ਵੀ ਹੈਰਾਨ ਹੋਇਆ। ਫਿਰ ਉਹ ਸ਼ਰਮ ਦਾ ਮਾਰਿਆ ਹੋਇਆ ਰਾਏ ਬੁਲਾਰ ਦੇ ਪਾਸ ਨਹੀਂ ਗਿਆ। ਹੈਰਾਨ ਜ਼ਰੂਰ ਹੋਇਆ ਵੀ ਮੈਂ ਵੇਖ ਕੇ ਗਿਆ ਸੀ, ਮੇਰਾ ਸਾਰਾ ਕਿਆਰਾ ਉਜੜਿਆ ਪਿਆ ਸੀ, ਪਰ ਹੁਣ ਹਰਿਆ ਭਰਿਆ ਹੋ ਰਿਹਾ, ਇਹ ਕੀ ਗੱਲ ਬਣੀ। ਤੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਇਹ ਕੌਤਕ ਵਰਤਾਇਆ। ਉਸ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਸੋਭਨੀਕ ਹੈ, ਕਿਆਰਾ ਸਾਹਿਬ। ਉਸ ਗੁਰਦੁਆਰੇ ਦਾ ਨਾਮ ਹੈ ਕਿਆਰਾ ਸਾਹਿਬ। ਔਰ ਮਹਾਂਪੁਰਖਾਂ ਨੇ ਬਚਨ ਸੁਣਾਇਆ ਕਿ ਜਿਵੇਂ ਉੱਥੇ ਮਹਾਰਾਜ ਸਾਹਿਬ ਜੀ ਦੇ ਪਸ਼ੂਆਂ ਨੇ ਉਹ ਫਸਲ ਖਾਧੀ ਸੀ ਤੇ ਫਿਰ ਹਰੀ ਭਰੀ ਕਰ ਦਿੱਤੀ ਸਤਿਗੁਰੂ ਜੀ ਨੇ, ਤੇ ਉਸ ਸਥਾਨ ਤੇ ਅੱਜ ਵੀ ਮਹਾਰਾਜ ਦੀ ਕਲਾ ਵਰਤਦੀ ਹੈ ਤੇ ਰਹਿੰਦੀ ਦੁਨੀਆ ਤੇ ਇੱਕ ਵਰਤਦੀ ਰਹਿਣੀ। ਕਿਉਂਕਿ ਜਿੰਨੇ ਵੀ ਮਹਾਰਾਜ ਦੇ ਅਸਥਾਨ ਹਨ, ਜਿੱਥੇ ਜਿੱਥੇ ਕੋਈ ਚੋਜ ਕੌਤਕ ਕੀਤਾ ਗੁਰੂ ਸਾਹਿਬ ਜੀ ਨੇ,
ਉਥੇ ਕੋਈ ਨਾ ਕੋਈ ਸਾਧ ਸੰਗਤ ਜੀ ਕਲਾ ਵਰਤਦੀ ਰਹਿਣੀ ਹੈ, ਸਦਾ ਹੀ ਰਹਿੰਦੀ ਦੁਨੀਆ ਤਾਂ। ਕਹਿੰਦੇ ਕੋਈ ਨੌਜਵਾਨ ਲੜਕੀ ਸੀ, ਉਸ ਨੂੰ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ, ਸਰੀਰ ਜਿਹੜਾ ਸੀ ਬੜਾ ਕਮਜ਼ੋਰ ਹੋ ਗਿਆ, ਸੁੱਕ ਗਿਆ। ਮਾਤਾ ਪਿਤਾ ਨੂੰ ਨਾਲ ਲੈ ਕਰਕੇ ਖਿਆਲ ਕੀਤਾ ਕਿ ਹੁਣ ਗੁਰੂ ਸਾਹਿਬ ਜੀ ਦੇ ਅਸਥਾਨਾਂ ਦੀ ਯਾਤਰਾ ਕਰਾਂ ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਵਾਂ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੜਾਹ ਪ੍ਰਸ਼ਾਦ ਦੀ ਦੇਗ ਕਰਾਈ। ਨਨਕਾਣਾ ਸਾਹਿਬ ਦੀ ਧਰਤੀ ਤੇ ਵੀ ਯਾਤਰਾ ਕਰਨ ਵਾਸਤੇ ਪਰਿਵਾਰ ਗਿਆ। ਉੱਥੇ ਜਿੰਨੇ ਅਸਥਾਨ, ਸਾਰੇ ਅਸਥਾਨਾਂ ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਈ ਭਾਵਨਾ ਨਾਲ। ਜਿਸ ਵੇਲੇ ਉਹ ਕਿਆਰਾ ਸਾਹਿਬ ਵਾਲੇ ਅਸਥਾਨ ਤੇ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਈ ਨਾ, ਉੱਥੋਂ ਦੇ ਜੋ ਗ੍ਰੰਥੀ ਸਾਹਿਬ ਸਨ, ਭਾਈ ਸਾਹਿਬ ਜੀ, ਉਹਨਾਂ ਨੇ ਜਦੋਂ ਅਰਦਾਸ ਕੀਤੀ ਤੇ ਅਰਦਾਸ ਵਿੱਚ ਉਹਨਾਂ ਨੇ ਬੋਲੇ ਕਿ ਮਹਾਰਾਜ ਇਸ ਸਥਾਨ ਤੇ ਆਪ ਜੀ ਨੇ ਆਪਣੀਆਂ ਮੱਝਾਂ ਗਾਵਾਂ ਚਾਰਦਿਆਂ ਹੋਇਆਂ ਜਿਵੇਂ ਖੇਤੀ ਹਰੀ ਭਰੀ ਕੀਤੀ ਸੀ ਨਾ, ਇਸੇ ਤਰ੍ਹਾਂ ਇਹ ਬੱਚੀ ਦਾ ਜੋ ਸਰੀਰ ਦਾ ਰੋਗ ਹੈ, ਇਹਦਾ ਸਰੀਰ ਸੁੱਕ ਗਿਆ ਹੈ, ਇਹਦਾ ਸਰੀਰ ਵੀ ਹਰਿਆ ਭਰਿਆ ਕਰ ਦਿਓ, ਇਹਨੂੰ ਤੰਦਰੁਸਤੀ ਦੇ ਦਿਓ ਮਹਾਰਾਜ। ਤਾਂ ਉਹ ਜੋ ਡਾਕਟਰਾਂ ਨੇ ਜਵਾਬ ਦਿੱਤਾ ਹੋਇਆ ਸੀ ਤੇ ਉਸ ਸਥਾਨ ਤੇ ਅਰਦਾਸ ਬੇਨਤੀ ਹੋਈ ਤੇ ਉਹ ਬੱਚੀ 9/9 ਹੋ ਗਈ, ਸਰੀਰ ਤੰਦਰੁਸਤ ਹਰਿਆ ਭਰਿਆ ਹੋ ਗਿਆ। ਕਿ ਅੱਜ ਵੀ ਮਹਾਰਾਜ ਸਾਹਿਬ ਜੀ ਜਿੱਥੇ ਖੇਤੀ ਹਰੀ ਕੀਤੀ ਹੈ, ਉੱਥੇ ਤਨ ਵੀ ਹਰੇ ਕਰ ਰਹੇ ਆ, ਮਨ ਵੀ ਹਰੇ ਕਰ ਰਹੇ ਮਹਾਰਾਜ ਸਾਹਿਬ। ਤੋ ਸਾਰੇ ਅਸਥਾਨਾਂ ਤੇ ਜਿੱਥੇ ਮਹਾਰਾਜ ਨੇ ਚਰਨ ਪਾਏ ਆ, ਜਿੱਥੇ ਗੁਰੂ ਕੀ ਬਾਣੀ ਦਾ ਪ੍ਰਕਾਸ਼ ਹੈ, ਸਭ ਥਾਵਾਂ ਤੇ ਬਰਕਤਾਂ ਵਰਤਦੀਆਂ ਵਾ। ਬਲ ਗੱਲ ਤੇ ਸ਼ਰਧਾ ਦੀ ਹੈ, ਭਾਵਨਾ ਦੀ ਹੈ। ਸਤਿਗੁਰ ਸਦਾ ਦਇਆਲ ਹੈ, ਭਾਈ ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜੇਹਾ ਭਾਓ ਤੇਹਾ ਫਲ ਪਾਈਐ। ਤਾਂ ਮਹਾਰਾਜ ਸਾਹਿਬ ਜੀ ਫਿਰ ਆਪਣੇ ਪਿਤਾ ਜੀ ਦੇ ਨਾਲ ਖੁਸ਼ੀ ਨਾਲ ਘਰੇ ਗਏ ਹਨ, ਜਿਨ੍ਹਾਂ ਨੇ ਸੰਸਾਰ ਨੂੰ ਤਾਰਨ ਵਾਸਤੇ ਪ੍ਰਕਾਸ਼ ਧਾਰਿਆ ਹੈ। ਇਹ ਆਪਾਂ ਪਿੱਛੇ 10ਵੇਂ ਅਧਿਆਏ ਦੇ ਵਿੱਚ ਜੋ ਪੂਰਬਾਰਧ ਦਾ 10ਵਾਂ ਅਧਿਆਏ ਹੈ, ਉਹਦੇ ਵਿੱਚ ਗਾਥਾ ਸਰਵਣ ਕੀਤੀ ਹੈ। 11ਵਾਂ ਅਧਿਆਏ ਆਰੰਭ ਕਰਦਿਆਂ ਹੋਇਆਂ ਭਾਈ ਸੰਤੋਖ ਸਿੰਘ ਜੀ ਪਹਿਲਾਂ ਮੰਗਲ ਕਰਦੇ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ। ਫਿਰ ਅਗਲੀ ਕਥਾ ਸੁਣਾਉਣਗੇ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਈ ਸਾਹਿਬ ਕਹਿੰਦੇ ਕਿ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਮੈਂ ਦੋਵੇਂ ਹੱਥ ਜੋੜ ਕਰਕੇ ਗੁਰੂ ਸਾਹਿਬ ਜੀ ਆਪ ਜੀ ਨੂੰ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਆਪ ਸੁੱਖਾਂ ਦੇ ਬੱਦਲ ਹੋ। ਜਿਵੇਂ ਬੱਦਲ ਦੇ ਵਿੱਚੋਂ ਮੀਂਹ ਪੈਂਦਾ ਨਾ, ਝੜੀ ਲੱਗਦੀ ਹੈ, ਕਿੰਨੀਆਂ ਕਣੀਆਂ ਡਿੱਗਦੀਆਂ। ਸੁੱਖਾਂ ਦੇ ਮਹਾਰਾਜ ਤੁਸੀਂ ਝੜੀ ਲਾ ਦੇਣ ਵਾਲੇ ਹੋ, ਮੀਂਹ ਵਰਾ ਦੇਣ ਵਾਲੇ ਹੋ ਸੁੱਖਾਂ ਦਾ। ਸੁੱਖਾਂ ਦੇ ਬੱਦਲ ਹੋ, ਸਦਾ ਵਾਸਤੇ ਸੁੱਖਾਂ ਦੇ ਬੱਦਲ ਹੋ। ਤੇ ਜੋ ਦੁੰਦ ਦੁੱਖ ਹਨ, ਬਹੁਤ ਵੱਡੇ ਵੱਡੇ ਕਲੇਸ਼, ਘਰਾਂ ਦੇ ਵਿੱਚ ਕਲੇਸ਼ ਪਏ ਰਹਿੰਦੇ, ਕਈ ਤਰ੍ਹਾਂ ਦੇ ਕਲੇਸ਼ ਆ, ਉਹਨਾਂ ਸਾਰੇ ਕਲੇਸ਼ਾਂ ਨੂੰ ਨਾਸ਼ ਕਰਨ ਵਾਲੇ ਹੋ। ਮਹਾਰਾਜ ਆਪ ਜੀ ਦੇ ਸੋਹਣੇ ਚਰਨ ਕਮਲਾਂ ਦਾ ਮੇਰਾ ਮਨ ਭੌਰਾ ਬਣ ਜਾਵੇ। ਜਿਵੇਂ ਭੌਰਾ ਕਮਲ ਫੁੱਲਾਂ ਉੱਤੇ ਜਾ ਕੇ ਬੈਠਦਾ ਹੈ ਨਾ, ਮਕਰੰਦ ਰਸ ਜੱਕਦਾ ਹੈ, ਮੇਰਾ ਮਨ ਭੌਰੇ ਦੇ ਨਿਆਈ ਆਪ ਜੀ ਦੇ ਚਰਨਾਂ ਦਾ ਭੌਰਾ ਬਣ ਜਾਵੇ। ਮੋਹ ਦਾ ਜੋ ਮੂਲ ਹੈ, ਮੁੱਢ ਹੈ, ਮੋਹ ਦੀ ਜੜ ਹੈ ਅਗਿਆਨ। ਉਹ ਵੱਡਾ ਹੀ ਜਿਹੜਾ ਅਗਿਆਨ ਹੈ, ਉਹਨੂੰ ਆਪ ਕਿਰਪਾ ਕਰਕੇ ਨਾਸ਼ ਕਰ ਦਿਓ। ਮਹਾਰਾਜ ਪਖੰਡ ਰੂਪੀ ਤਾਰਿਆਂ ਨੂੰ ਆਪ ਛਿਪਾਉਣ ਵਾਸਤੇ ਸੂਰਜ ਨਿਆਈ ਹੋ। ਜਿਵੇਂ ਸੂਰਜ ਚੜ੍ਹਦਾ ਹੈ ਤੇ ਤਾਰੇ ਸਾਰੇ ਛਿਪ ਜਾਂਦੇ ਆ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਖੰਡ ਨੂੰ ਤੁਸੀਂ ਇਸ ਤਰ੍ਹਾਂ ਖਤਮ ਕਰਦੇ ਹੋ। ਤੇ ਵਿਸ਼ੇ ਵਿਕਾਰਾਂ ਦੀ ਜਿਹੜੀ ਧੁੱਪ ਹੈ, ਇਸ ਨੂੰ ਮਹਾਰਾਜ ਸ਼ਾਂਤ ਕਰਨ ਵਾਸਤੇ ਆਪ ਸੀਤਲਤਾ ਦੇਣ ਵਾਲੇ, ਠੰਡ ਦੇਣ ਵਾਲੇ ਚੰਦਰਮਾ ਦੀ ਨਿਆਈ ਹੋ। ਜੋ ਸਮੂਹ ਵਿਘਨ ਹਨ, ਉਹਨਾਂ ਸਮੁਦਾਇ ਸਮੂਹ ਵਿਘਨਾਂ ਨੂੰ ਵਿਨਾਸ਼ ਕਰਨ ਵਾਲੇ ਹੋ।
ਖਤਮ ਕਰ ਦੇਣ ਵਾਲੇ ਹੋ। ਨਿਜ ਦਾਸਨ ਕੋ ਬੰਧਾਏ ਅਨੰਦੋ। ਤੇ ਆਪਣੇ ਦਾਸਾਂ ਨੂੰ ਮਾਰੇ ਆਨੰਦ ਦਾ ਵਰਦਾਨ ਦਿੰਦੇ ਹੋ। ਮੈਂ ਆਪ ਜੀ ਦਾ ਦਾਸ ਹਾਂ। ਕਵੀ ਸੰਤੋਖ ਸਿੰਘ ਜੀ ਬੇਨਤੀ ਕਰਦੇ, ਮਹਾਰਾਜ ਆਪਣੇ ਦਾਸ ਇਸ ਕਵੀ ਦੇ ਉੱਤੇ ਆਪ ਮਿਹਰ ਭਰਿਆ ਹੱਥ ਰੱਖੋ ਤੇ ਆਨੰਦ ਦੀ ਬਖਸ਼ਿਸ਼ ਕਰੋ ਜੀ। ਸ੍ਰੀ ਬਾਲਾ ਸੰਗਰਵਾਜ। ਸੋਭਾ ਵਾਲੇ ਭਾਈ ਸਾਹਿਬ ਭਾਈ ਬਾਲਾ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਿਆਰੇ ਸਿੱਖ, ਬਚਪਨ ਦੇ ਸਾਥੀ, ਬਾਬੇ ਚੰਦਰਭਾਣ ਦੇ ਪੁੱਤਰ ਔਰ ਸੰਧੂ ਜਿਨ੍ਹਾਂ ਦੀ ਗੋਤ ਹੈ, ਉਹ ਭਾਈ ਬਾਲਾ ਜੀ, ਸ੍ਰੀ ਬਾਲਾ ਸੰਧੁਰਵਾਚ ਭਾਈ ਬਾਲਾ ਜੀ ਬਚਨ ਕਰਦੇ ਆ, ਬੇਨਤੀ ਕਰਦੇ ਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਖਡੂਰ ਸਾਹਿਬ ਦੀ ਧਰਤੀ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਸੁਣਾ ਰਹੇ ਆ। ਭਾਈ ਪੈੜਾ ਮੋਖਾ ਜੀ ਲਿਖ ਰਹੇ ਆ। ਤੋ ਮਹਾਰਾਜ ਸਾਹਿਬ ਜੀ ਦੇ ਇਹ ਸਭ ਤੋਂ ਪਹਿਲੇ ਚੌਰ ਬਰਦਾਰ ਹਨ ਭਾਈ ਬਾਲਾ ਜੀ, ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸੀਸ ਤੇ ਚੌਰ ਕੀਤਾ। ਤੇ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੇ ਮਹਾਰਾਜ ਦੇ ਨਾਲ ਰਹਿ ਕੇ ਰਬਾਬ ਵਜਾਈ, ਕੀਰਤਨ ਕੀਤਾ। ਉਹ ਭਾਈ ਬਾਲਾ ਜੀ ਮਹਾਰਾਜ ਸਾਹਿਬ ਦੂਸਰੇ ਪਾਤਸ਼ਾਹ ਨੂੰ ਇਤਿਹਾਸ ਸੁਣਾ ਰਹੇ ਹਨ। ਉਹਦੇ ਤੋਂ ਫਿਰ ਇਹ ਛੰਦਾਬੰਦੀ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਲੀਲਾ ਐਸੀ ਸੁੰਦਰ ਹੈ, ਇਸ ਤਰ੍ਹਾਂ ਸੋਹਣੀ ਹੈ। ਮਹਾਰਾਜ ਲੀਲਾ ਕਰਦਿਆਂ ਹੋਇਆ ਵੀ ਮੱਝਾਂ ਗਾਵਾਂ ਚਾਰ ਰਹੇ ਹੁਣ, ਤੇ ਜੱਗ ਦੇ ਜਿਹੜੇ ਪਤੀ ਆ, ਕੰਤ ਕਹਿੰਦੇ ਪਤੀ ਨੂੰ, ਪਤੀ ਕਹਿੰਦੇ ਮਾਲਕ ਨੂੰ, ਜੋ ਸੰਸਾਰ ਦੇ ਮਾਲਕ ਵਾ, ਉਹ ਮਹਾਰਾਜ ਸਾਹਿਬ ਜੀ ਬ੍ਰਿਧਤ ਵੱਡੇ ਹੋ ਰਹੇ। ਮਹਾਰਾਜ ਸਾਹਿਬ ਜੀ ਸਰੀਰ ਕਰਕੇ, ਸਰੀਰ ਕਾਰਬਲਾ ਕਰਕੇ ਵੱਡੇ ਹੋ ਰਹੇ ਹਨ। ਤਾਂ ਉਸ ਮੌਕੇ ਤੇ ਕਹਿੰਦੇ ਵੀ ਸੋਹਣੇ ਜਿਹੜੇ ਫੁੱਲ ਵਣ ਉਹ ਪ੍ਰਫੁੱਲਤ ਹੋ ਰਹੇ ਹਨ। ਤੇ ਬਸੰਤ ਦੀ ਰੁੱਤ ਸੋਭ ਰਹੀ ਆ। ਬਸੰਤ ਦੀ ਰੁੱਤ ਦੇ ਵਿੱਚ ਮਹਾਰਾਜ ਮੱਝਾਂ ਗਾਵਾਂ ਚਾਰ ਰਹੇ। 2 ਮਹੀਨਿਆਂ ਦੀ ਰੁੱਤ ਹੁੰਦੀ ਆ ਸਾਧ ਸੰਗਤ ਜੀ। ਜਿਵੇਂ ਆ ਹੁਣ ਸਾਵਣ ਦਾ ਮਹੀਨਾ ਕੁਝ ਦਿਨਾਂ ਦਾ ਆਰੰਭ ਹੋਇਆ ਹੈ। ਇਹ ਸਾਵਣ ਤੇ ਭਾਦਰੋਂ ਇਹ ਪਾਵਸ ਰੁੱਤ ਹੈ, ਬਰਸਾਤ ਦੀ ਰੁੱਤ। ਇਹਦੇ ਤੋਂ ਪਹਿਲੀ ਜਿਹੜੀ ਲੰਘੀ ਹੈ ਰੁੱਤ 2 ਮਹੀਨਿਆਂ ਦੀ, ਜੇਠ ਤੇ ਹਾੜ ਦੀ, ਇਹ ਗਰਮੀ ਦੀ ਰੁੱਤ, ਇਹਨੂੰ ਗਰੀਖਮ ਰੁੱਤ ਆਖਿਆ ਬਾਣੀ ਦੇ ਅੰਦਰ। ਇਹਦੇ ਤੋਂ ਪਹਿਲਾਂ ਜਿਹੜੀ ਹੈ, ਜਿੱਥੋਂ ਆਰੰਭਤਾ ਹੁੰਦੀ ਹੈ ਪਹਿਲੇ ਮਹੀਨੇ ਤੋਂ, ਚੇਤ ਤੇ ਵੈਸਾਖ, ਇਹ ਚੇਤ ਤੇ ਵੈਸਾਖ 2 ਮਹੀਨਿਆਂ ਦੀ ਜਿਹੜੀ ਰੁੱਤ ਹੈ, ਇਹਨੂੰ ਬਸੰਤ ਰੁੱਤ ਆਖਿਆ। ਤਾਂ ਬਸੰਤ ਰੁੱਤ ਜਿਹੜੀ ਹੈ ਉਹ ਸੋਭ ਰਹੀ ਹੈ। ਬਸੰਤ ਰੁੱਤ ਵਿੱਚ ਫੁੱਲ ਖਿੜੇ ਹੋਏ ਹਨ। ਸੋਹਣੇ ਕੋਮਲ ਹਰੇ ਹਰੇ ਪੱਤਿਆਂ ਵਾਲੇ ਦਰਖਤ ਸੋਭਾ ਪਾ ਰਹੇ ਹਨ। ਨਵੀਆਂ ਨਵੀਆਂ ਕੁਰੰਬਲੀਆਂ ਨਿਕਲੀਆਂ, ਕਿਉਂਕਿ ਚੇਤ ਮਹੀਨੇ ਦੇ ਵਿੱਚ, ਚੇਤ ਵਿਸਾਖ ਦੇ ਵਿੱਚ ਨਵੀਆਂ ਕੁਰੰਬਲੀਆਂ ਨਿਕਲਦੀਆਂ, ਨਵੇਂ ਪੱਤੇ ਨਿਕਲਦੇ ਦਰਖਤਾਂ ਦੇ ਉੱਤੇ। ਤੇ ਨਵਾਂ ਹੀ, ਕਿਉਂਕਿ ਚੇਤ ਮਹੀਨੇ ਤੋਂ ਨਵਾਂ ਸਾਲ ਆਰੰਭ ਹੁੰਦਾ ਨਾ। ਸਾਲ ਦੇ 12 ਮਹੀਨਿਆਂ ਵਿੱਚੋਂ ਪਹਿਲਾ ਮਹੀਨਾ ਚੇਤ ਦਾ, ਇਹ ਪਹਿਲੀ ਰੁੱਤ ਵਾ ਸਾਲ ਦੀ। ਬਸੰਤ ਰੁੱਤ ਪਹਿਲੀ ਰੁੱਤ 6 ਰੁੱਤਾਂ ਦੇ ਵਿੱਚੋਂ। ਤੇ ਉਸ ਮੌਕੇ ਦੇ ਉੱਤੇ ਇਹ ਗੁਰਬਾਣੀ ਮੁਤਾਬਕ ਜੋ 12 ਮਹੀਨੇ ਆ, ਮਾਝ ਰਾਗ ਦੇ ਅੰਦਰ ਵੀ 12 ਮਾਹ ਦੀ ਬਾਣੀ 5ਵੇਂ ਪਾਤਸ਼ਾਹ ਨੇ ਉਚਾਰਨ ਕੀਤੀ, ਤੇ ਤੁਖਾਰੀ ਰਾਗ 'ਚ ਪਹਿਲੇ ਪਾਤਸ਼ਾਹ ਨੇ ਉਚਾਰਨ ਕੀਤੀ। ਪਹਿਲਾ ਮਹੀਨਾ ਚੇਤ ਦਾ ਤੇ ਅਖੀਰਲਾ 12ਵਾਂ ਮਹੀਨਾ ਫੱਗਣ ਦਾ। ਚੇਤ ਮਹੀਨੇ ਵਿੱਚ ਬਾਹਰ ਵੀ ਨਵਾਂ ਸਾਲ ਚੜ੍ਹਿਆ ਹੁੰਦਾ, ਕੁਦਰਤ ਦੇ ਵਿੱਚ ਵੀ, ਦਰਖਤਾਂ ਦੇ ਉੱਤੇ ਵੀ ਨਵਾਂ ਸਾਲ ਚੜ੍ਹਿਆ ਹੁੰਦਾ ਵਾ। ਹਰ ਪਾਸੇ ਨਵੀਨਤਾ, ਨਵੀਆਂ ਨਵੀਆਂ ਕੁਰੰਬਲੀਆਂ ਨਿਕਲੀਆਂ ਹੁੰਦੀਆਂ। ਤੇ ਆ ਜਦੋਂ ਅੰਗਰੇਜ਼ੀ ਨਵਾਂ ਸਾਲ ਮਨਾਇਆ ਜਾਂਦਾ, ਉਦੋਂ ਤੇ ਕੋਈ ਨਵਾਂ ਸਾਲ ਨਹੀਂ ਹੁੰਦਾ। ਜਦੋਂ ਆ ਜਨਵਰੀ ਨੂੰ, 1 ਜਨਵਰੀ ਨੂੰ ਲੋਕ ਨਵਾਂ ਸਾਲ ਮਨਾਉਂਦੇ ਆ, ਉਦੋਂ ਬਾਹਰ ਨਿਗਾਹ ਮਾਰ ਕੇ ਵੇਖੀ, ਉਦੋਂ ਤਾਂ ਪੱਤੇ ਝੜਦੇ ਹੁੰਦੇ ਆ। ਜਦੋਂ ਚੇਤ ਮਹੀਨੇ ਦੇ ਮੁਤਾਬਕ ਵੇਖੀਏ, ਜੋ ਗੁਰਬਾਣੀ 'ਚ ਚੇਤ ਮਹੀਨਾ ਪਹਿਲਾ ਹੈ 12 ਮਹੀਨਿਆਂ ਵਿੱਚੋਂ, ਉਦੋਂ ਬਾਹਰ ਵੀ ਨਵਾਂ ਸਾਲ ਉਂਝ ਹੀ ਦਿਸਦਾ, ਦਰਖਤਾਂ ਦੇ ਉੱਤੇ ਵੀ ਦਿਸਦਾ ਹੈ, ਬਨਸਪਤੀ ਤੇ ਵੀ ਨਵਾਂ ਸਾਲ ਦਿਸਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਵਾਂ ਸਾਲ ਤਾਂ ਇਹ ਹੀ ਆ ਗੁਰਸਿੱਖਾਂ ਦਾ। ਤਾਂ ਕਹਿੰਦੇ ਕਿ ਬਸੰਤ ਰੁੱਤ ਦੇ ਵਿੱਚ ਹਰੇ ਹਰੇ ਪੱਤਿਆਂ ਵਾਲੇ ਜਿਹੜੇ ਕੋਮਲ ਕੋਮਲ ਪੱਤੇ ਨਿਕਲੇ, ਕੁਰੰਬਲੀਆਂ ਨਿਕਲੀਆਂ, ਤੇ ਦਰਖਤ ਸੋਭਾ ਪਾ ਰਹੇ ਹਨ। ਰੰਗਾਂ ਰੰਗਾਂ ਦੇ ਪੱਤੇ ਨਿਕਲੇ ਹੋਏ, ਕਈ ਰੰਗਾਂ ਦੇ ਫੁੱਲ ਵੀ ਰੰਗਾਂ ਰੰਗਾਂ ਦੇ। ਸ੍ਰੇਸ਼ਟ ਉਪਮਾ ਜਿਹੜੀ ਹੈ ਉਹ ਛੱਜ ਰਹੀ ਹੈ।
ਕਵੀ ਜੀ ਅਲੰਕਾਰ ਦੁਆਰਾ ਕਥਨ ਕਰਦੇ ਆ, ਕਹਿੰਦੇ ਜਾਣੋ ਇਹ ਬਸੰਤ ਰੁੱਤ ਕੀ ਇੱਕ ਰਾਜਾ ਹੈ, ਤੇ ਬਸੰਤ ਰੁੱਤ ਰੂਪੀ ਰਾਜੇ ਨੇ ਆਪਣੀ ਫੌਜ ਸਜਾਈ ਹੋਈ ਆ, ਜਿਹੜੇ ਤਰ੍ਹਾਂ ਤਰ੍ਹਾਂ ਦੇ ਫੁੱਲ ਨਿਕਲੇ ਆ ਤੇ ਪੱਤੇ ਨਿਕਲੇ ਹਨ। ਤੇ ਜਿੱਤਣ ਵਾਸਤੇ ਰਾਜਾ ਤੇ ਕਹਿੰਦੇ ਦੂਸਰੇ ਰਾਜੇ ਨੂੰ ਜਿੱਤਣ ਵਾਸਤੇ ਚੱਲਦਾ ਨਾ। ਇਹ ਕਿਸ ਨੂੰ ਜਿੱਤਣ ਚੜਿਆ? ਬਸੰਤ ਰੁੱਤ ਰੂਪੀ ਰਾਜਾ। ਕਹਿੰਦੇ ਜਿਹੜੀਆਂ ਬਿਰਹਣੀਆਂ ਨਾਰੀ, ਜਿਹੜੀਆਂ ਵਿਛੋੜੇ ਵਿੱਚ ਆਪਣੀ ਪਤੀ ਦੇ ਵਿਛੋੜੇ ਦੇ ਵਿੱਚ ਹਨ ਨਾ, ਜਿਨ੍ਹਾਂ ਨੂੰ ਪਤੀ ਦੇ ਵਿਛੋੜੇ ਦਾ ਦੁੱਖ ਹੈ, ਪਤੀ ਨਾਲੋਂ ਵਿਛੜੀਆਂ ਹੋਈਆਂ, ਉਹ ਬਿਰਹਣੀਆਂ ਜੋ ਇਸਤਰੀਆਂ ਹਨ, ਉਹਨਾਂ ਨੂੰ ਜਿੱਤਣ ਵਾਸਤੇ ਤੇ ਪਲਾਸ, ਜਿਹੜੇ ਢੱਕ ਪਲਾਸ ਦੇ ਬੂਟੇ ਹੁੰਦੇ, ਉਹਨਾਂ ਉੱਤੋਂ ਸਾਰੇ ਪੱਤੇ ਜਿਹੜੇ ਝੜ ਚੁੱਕੇ ਹਨ। ਉਹ ਪਿਛਲੀ ਰੁੱਤ 'ਚ ਪੱਤੇ ਝੜੇ ਹੋਏ ਸੀ ਤੇ ਹੁਣ ਨਵੇਂ ਨਵੇਂ ਉਹਨਾਂ ਦੇ ਉੱਤੇ ਲਾਲ ਰੰਗ ਦੇ ਫੁੱਲ ਹੀ ਨਿਕਲੇ ਹੋਏ ਆ। ਢੱਕ ਪਲਾਸ ਦੇ ਜਿਹੜੇ ਫੁੱਲ ਉਹ ਲਾਲ ਰੰਗ ਦੇ ਹੁੰਦੇ ਆ, ਭਲੀ ਪ੍ਰਕਾਰ ਫੁੱਲੇ ਹੋਏ ਹਨ ਲਾਲ ਰੰਗ ਦੇ ਫੁੱਲ। ਜਾਣੋ ਕਿ ਬਸੰਤ ਰੁੱਤ ਰੂਪੀ ਰਾਜੇ ਦੇ ਸਿਪਾਹੀ ਆਏ ਲਾਲ ਰੰਗ ਦੇ ਫੁੱਲ। ਉਹਨਾਂ ਨੇ ਕਹਿੰਦੇ ਪੱਟ ਰੰਗਣ ਰਾਂਗੇ, ਜਿਹੜੇ ਬਸਤਰ ਵਾਣਾ ਉਹ ਰੰਗਾਂ ਰੰਗਾਂ ਦੇ ਪਾਏ ਹੋਏ ਆ, ਲਾਲ ਰੰਗਾਂ ਦੇ ਫੁੱਲ ਜਿਹੜੇ ਖਿੜੇ ਹੋਏ ਆ। ਇਹ ਬਸੰਤ ਰੁੱਤ ਰੂਪੀ ਰਾਜੇ, ਜਿਹੜੇ ਰਾਜੇ ਨੇ ਰੰਗਾਂ ਰੰਗਾਂ ਦੇ, ਉਹਦੀ ਫੌਜ ਨੇ, ਸਿਪਾਹੀਆਂ ਨੇ ਬਸਤਰ ਪਾਏ ਹਨ। ਜਾਣੋ ਕਿ ਯੁੱਧ ਕਰਨ ਵਾਸਤੇ ਹੀ ਚੜੇ ਹੋਏ ਆ ਇਹ ਸਿਪਾਹੀ। ਆਰਨ ਲਾਲ ਰੰਗ ਦੇ ਚੋਲੇ ਪਾ ਕੇ, ਲਾਲ ਰੰਗ ਦੇ ਬਾਗੇ ਪਾ ਕਰਕੇ। ਅੰਬਾਂ ਨੂੰ ਬੂਰ ਲੱਗਾ ਹੋਇਆ, ਅੰਬਾਂ ਨੂੰ ਬੂਰ ਲੱਗਾ, ਤੇ ਅੰਬਾਂ ਦਾ ਬੂਰ ਵੇਖ ਕਰਕੇ ਜਿਸ ਨੂੰ ਆਨੰਦ ਆ ਰਿਹਾ ਹੈ, ਅਗਲੀ ਪੰਕਤੀ 'ਚ ਦੱਸਣਗੇ। ਹਾਂ, ਕੋਇਲਾਂ ਕੂਕ ਰਹੀਆਂ, ਕੂ ਕੂ ਕਰਦੀਆਂ ਹਨ ਉਹ ਕੋਇਲਾਂ, ਤੇ ਕਲਰਵ ਉਹਨਾਂ ਦਾ ਗਲਾ ਜਿਹੜਾ ਹੈ ਨਾ, ਉਹ ਮੋਰ ਜਿਹੜਾ ਅੰਬਾਂ ਦਾ ਬੂਰ ਹੈ ਉਹ ਖਾ ਕਰਕੇ, ਤੇ ਗਲਾ ਬੜਾ ਸੋਹਣਾ ਬਣਿਆ ਹੋਇਆ ਹੈ। ਜਾਣੋ ਕਿ ਇਹ ਕੋਇਲਾਂ ਕੀ ਕੂਕ ਰਹੀਆਂ, ਇਹ ਬਸੰਤ ਰਾਜੇ ਦੀ ਦੁਹਾਈ ਦੇ ਰਹੀਆਂ ਅੱਗੇ ਅੱਗੇ ਕਿ ਬਸੰਤ ਆਈ ਹੈ। ਤੇ ਜਿਹੜੀਆਂ ਮਾਣ ਵਾਲੀਆਂ ਹਨ, ਪਤੀ ਦੋਸ਼ ਦੇਖ ਕੇ, ਜਿਹੜੀਆਂ ਪਤੀ ਦਾ ਦੋਸ਼ ਦੇਖ ਕਰਕੇ ਪਤੀ ਨਾਲੋਂ ਵਿਛੜੀਆਂ ਹੋਈਆਂ, ਰੁੱਸੀਆਂ ਹੋਈਆਂ, ਪਤੀ ਦੇ ਵਿਛੋੜੇ ਵਾਲੀਆਂ, ਉਹਨਾਂ ਦਾ ਮਾਣ ਜਿਹੜਾ ਹੈ ਨਾ ਉਹ ਕਢਾ ਰਹੀਆਂ ਹਨ। ਤੇ ਫੁੱਲਾਂ ਦੀ ਜਿਹੜੀ ਮਕਰੰਦ ਰਸ ਹੈ, ਫੁੱਲਾਂ ਦੇ ਉੱਤੇ ਜਿਹੜਾ ਧੂੜਾ ਹੁੰਦਾ ਹੈ, ਉਹਨਾਂ ਨੂੰ ਵੇਖ ਕਰਕੇ ਉਹਨਾਂ ਫੁੱਲਾਂ ਦੇ ਉੱਤੇ, ਫੁੱਲਾਂ ਦੀ ਸੁਗੰਧੀ ਉੱਤੇ ਭੌਰੇ ਗੁੰਜਾਰਾਂ ਪਾ ਰਹੇ ਆ। ਉਹ ਗੂੰ ਗੂੰ ਕਰਦੇ ਹੁੰਦੇ ਨਾ, ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਸੀ ਫੁੱਲਾਂ ਤੇ। ਵੇਖੇ ਇਹ ਖਲੋ ਕੇ ਕਿਸੇ ਵੇਲੇ, ਤਾਂ ਉਹ ਇਸ ਤਰ੍ਹਾਂ ਦੀ ਆਵਾਜ਼ ਉਹ ਫੁੱਲਾਂ ਦੇ ਉੱਤੇ ਗੁੰਜਾਰ ਪਾ ਰਹੇ, ਜਿਵੇਂ ਹੈਲੀਕਾਪਟਰ ਦੀ ਆਵਾਜ਼ ਹੁੰਦੀ ਨਾ, ਆਕਾਸ਼ ਵਿੱਚ ਚੱਲਦਾ ਹੈਲੀਕਾਪਟਰ, ਇਸ ਤਰੀਕੇ ਦੇ ਨਾਲ ਉਹ ਗੂੰ ਗੂੰ ਦੀ ਆਵਾਜ਼ ਜੀ ਆਉਂਦੀ ਉਹਨਾਂ ਦੀ। ਜਾਣੋ ਬਸੰਤ ਰਾਜੇ ਦੇ ਅੱਗੇ ਕਹਿੰਦੇ ਬੀਣ ਵਜਾ ਰਹੇ ਆ ਇਹ ਭੌਰੇ ਜਿਹੜੇ ਹਨ ਫੁੱਲਾਂ ਦੇ। ਇਹ ਗੁਣੀ ਜਿਹੜੇ ਹਨ ਪ੍ਰਵੀਨ ਸਿਆਣੇ ਵਜਾ ਰਹੇ ਹਨ ਬੀਨਾ ਰੂਪੀ ਸਾਜ਼। ਹੋਰ ਬੜੇ ਸੋਹਣੇ ਸੋਹਣੇ ਪੰਛੀ ਇਸ ਰੁੱਤ ਦੇ ਵਿੱਚ, ਕਿਉਂਕਿ ਬਸੰਤ ਰੁੱਤ ਹੈ ਹੀ ਇਸ ਤਰ੍ਹਾਂ ਦੀ। ਸਾਰੀਆਂ ਹੀ ਰੁੱਤਾਂ ਕਰਤਾਰ ਦੇ ਹੁਕਮ ਨਾਲ ਬਣੀਆਂ, ਸੂਰਜ ਇੱਕੋ ਰੁੱਤ ਅਨੇਕ, ਪਰ ਜਿਹੜੀ ਇਹ ਬਸੰਤ ਰੁੱਤ ਹੈ ਇੱਕ ਇਹ ਅਨੋਖੀ, ਇਹ ਸੁੰਦਰ ਰੁੱਤ ਪਰਮੇਸ਼ਰ ਨੇ ਬਣਾਈ ਹੋਈ ਹੈ। ਤਾਂ ਸੁੰਦਰ ਜਿਹੜੇ ਪੰਛੀ ਹਨ ਉਹ ਸੁੰਦਰ ਆਵਾਜ਼ਾਂ ਵਿੱਚ ਬੋਲ ਰਹੇ, ਤਰ੍ਹਾਂ ਤਰ੍ਹਾਂ ਦੀਆਂ ਆਪੋ ਆਪਣੀਆਂ ਬੋਲੀਆਂ ਵਿੱਚ। ਜਾਣੋ ਕਿ ਇਹ ਬੰਦੀ ਜਨ ਹੁੰਦਾ ਵਾ, ਜਿਹੜਾ ਵੱਡੇ ਵਡੇਰਿਆਂ ਦਾ ਜੋ ਉਹ ਗੋਤਰਾਚਾਰ ਗਾਉਣ ਵਾਲਾ ਹੁੰਦਾ ਹੈ, ਜਿਹੜਾ ਸਾਰੇ ਖਾਨਦਾਨ ਦਾ ਹੀ ਨਾਮ ਲੈ ਕਰਕੇ ਦੱਸ ਦਿੰਦਾ ਵਾ, ਦਾਦੇ ਦਾ, ਪੜਦਾਦੇ ਦਾ, ਲੱਕੜਦਾਦੇ ਦਾ, ਸਾਰੇ ਵੱਡੇ ਵਡੇਰਿਆਂ ਦਾ ਨਾਮ ਲੈ ਕਰਕੇ ਜਸ ਗਾਉਣ ਵਾਲੇ, ਉਹਨਾਂ ਨੂੰ ਬੰਦੀ ਜਨ ਆਖਿਆ। ਤਾਂ ਉਹ ਬੰਦੀ ਜਨ ਜਾਣੋ ਕਿ ਇਹ ਗੀਤ ਗਾ ਰਹੇ, ਕੀਰਤ ਗਾ ਰਹੇ ਹਨ। ਫਿਰ ਕਹਿੰਦੇ ਇਸ ਬਸੰਤ ਰੁੱਤ ਵਿੱਚ ਸੀਤਲ ਠੰਡੀ ਹੌਲੀ ਹੌਲੀ ਸੁਗੰਧੀ ਵਾਲੀ ਹਵਾ ਵਗ ਰਹੀ ਹੈ। ਇਹ ਜਾਣੋ ਕਿ ਬਿਰਹਣੀ ਜਿਹੜੀ ਵਿਜੋਗ ਵਿੱਚ ਵਿਛੋੜੇ ਵਿੱਚ ਹੈ, ਉਹਦਾ ਮਾਣ ਜਿਹੜਾ ਹੈ ਉਹ ਧੀਰਜ ਤੋਂ ਰਹਿਤ ਕਰ ਰਹੀ ਹੈ, ਮਾਣ ਦੂਰ ਕਰ ਰਹੀ ਹੈ। ਫਿਰ ਫੁੱਲ ਕਿਹੜੇ ਕਿਹੜੇ ਰੰਗਾਂ ਦੇ ਖਿੜੇ ਆ? ਚਿੱਟੇ,
ਕਾਲੇ ਰੰਗਾਂ ਦੇ, ਲਾਲ ਰੰਗਾਂ ਦੇ, ਪੀਲੇ ਰੰਗਾਂ ਦੇ ਫੁੱਲ ਖਿੜੇ ਹੋਏ ਆ। ਬਿਗਸੇ ਕੁਸਮ ਨਵੀਨੀ ਰੀਤਾ। ਹਾਂ, ਕੁਸਮ ਕਹਿੰਦੇ ਫੁੱਲਾਂ ਨੂੰ। ਬਿਗਸੇ ਖਿੜੇ ਹੋਏ ਆ ਨਵੇਂ ਨਵੀਂ ਰੀਤਾਂ ਦੇ, ਨਵੇਂ ਨਵੇਂ ਤਰ੍ਹਾਂ ਦੇ ਫੁੱਲ ਖਿੜੇ ਹੋਏ ਹਨ। ਸ਼ਾਖਾ ਪਰ ਮੰਦਰੀ ਸੋਹੀ। ਦਰਖਤਾਂ ਦੀਆਂ ਟਾਹਣੀਆਂ ਦੇ ਉੱਤੇ ਮੁੰਜਰਾਂ ਸੋਭ ਰਹੀਆਂ ਵਾ, ਨਵੀਆਂ ਨਵੀਆਂ ਕੁਰੰਬਲੀਆਂ, ਨਵੀਆਂ ਨਵੀਆਂ ਮੁੰਜਰਾਂ ਉਹ ਥੱਲੇ ਲਮਕੀਆਂ ਹੋਈਆਂ ਵਿੱਚੋਂ। ਮਨੋ ਭਰੀਕ ਲਗੀ ਮਨ ਮੋਹੀ। ਮਨੋ ਧਰੀ ਕਲਗੀ ਮਨ ਮੋਹੀ। ਜਾਣੋ ਕਿ ਇਹ ਬਸੰਤ ਰੁੱਤ ਰੂਪੀ ਰਾਜੇ ਨੇ ਮਨ ਨੂੰ ਮੋਹ ਲੈਣ ਵਾਲੀ ਕਲਗੀ ਧਾਰਨ ਕੀਤੀ ਹੋਈ ਹੈ। ਇਸ ਤਰ੍ਹਾਂ ਦਾ ਕਹਿੰਦੇ ਜੰਗਲ ਜਿੱਥੇ ਬਹੁਤ ਸ਼ੋਭਾ ਧਾਰਨ ਕਰ ਰਿਹਾ ਹੈ। ਕਿੰਨੀ ਸ਼ੋਭਾ ਬਣ ਰਹੀ ਹੈ ਜੰਗਲ ਦੀ, ਕਿੰਨੇ ਤਰ੍ਹਾਂ ਦੇ ਫੁੱਲ ਖਿੜੇ ਹੋਏ ਆ, ਕਿੰਨੇ ਤਰ੍ਹਾਂ ਦੇ ਦਰਖਤਾਂ ਦੇ ਨਵੇਂ ਪੱਤੇ ਨਿਕਲੇ ਹੋਏ ਆ, ਕੋਇਲਾਂ ਕੂਕ ਰਹੀਆਂ, ਭੌਰੇ ਗੁਜ਼ਾਰ ਰਹੇ ਆ। ਤੇ ਐਸੇ ਸੋਹਣੀ ਜਿਹੜੀ ਸ਼ੋਭਾ ਬਣ ਰਹੀ ਹੈ ਬਸੰਤ ਰੁੱਤ ਦੇ ਵਿੱਚ ਜੰਗਲ ਦੀ। ਤੇ ਜਿਆਦੀ ਸ਼ੋਭਾ ਉਹਦੀ ਹੋਰ ਵੀ ਇਸ ਕਰਕੇ ਬਣ ਰਹੀ ਕਿ ਉਹਦੇ ਵਿੱਚ ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਵਿਚਰ ਰਹੇ ਜੰਗਲ ਦੇ ਵਿੱਚ, ਮੱਝਾਂ ਗਾਵਾਂ ਲੈ ਕਰਕੇ ਜੰਗਲ ਦੇ ਵਿੱਚ ਵਿਚਰ ਰਹੇ ਹਨ। ਵਿਸਾਖ ਮਹੀਨੇ ਦੇ ਵਿੱਚ ਗੁਣਾਂ ਦੇ ਘਰ ਮਹਾਰਾਜ ਮੱਝਾਂ ਤੇ ਗਾਵਾਂ ਚਾਰ ਰਹੇ ਹਨ ਇਹ ਬਸੰਤ ਰੁੱਤ ਦੇ ਵਿੱਚ ਜੰਗਲ ਦੇ ਵਿੱਚ। ਕਈ ਵਾਰੀ ਗਰੀਬ ਨਵਾਜ ਸਿੱਧੇ ਪੱਧਰੇ ਥਾਂ ਤੇ ਚਾਰਦੇ, ਕਈ ਵਾਰੀ ਜੰਗਲ ਵਿੱਚ ਵੀ ਲੈ ਜਾਂਦੇ ਮੱਝਾਂ, ਕਈ ਵਾਰੀ ਜੰਗਲ ਤੋਂ ਬਿਨਾਂ ਜਿਹੜਾ ਉਂਝ ਖਾਲੀ ਥਾਂ ਉੱਥੇ ਵੀ ਚਾਰਦੇ ਆ। ਮਿਰਦਲ ਬੜਾ ਕੋਮਲ ਜਿਹਾ ਹਰਿਆ ਰਿਹਾ ਜੋ ਨਵਾਂ ਨਵਾਂ ਘਾਹ ਫੁੱਟਿਆ ਉਹ ਚਰਾਉਂਦੇ ਹਨ। ਦੀਨਾ ਗਰੀਬਾਂ ਦੇ ਜਿਹੜੇ ਦਾਨੀ ਹਨ, ਦੁਖੀਆਂ ਨੂੰ ਸੁੱਖ ਦੇਣ ਵਾਲੇ ਦਾਤੇ ਹਨ, ਵੇਖ ਵੇਖ ਕੇ ਵਧੀਆ ਵਧੀਆ ਘਾਹ ਤੇ ਚਰਾਉਂਦੇ ਮੱਝਾਂ ਗਾਵਾਂ। ਤਾਂ ਅੱਜ ਮਹਾਰਾਜ ਮੱਝਾਂ ਗਾਵਾਂ ਚਾਰ ਰਹੇ ਆ ਤੇ ਦੁਪਹਿਰ ਲੰਘ ਗਈ ਆ, ਦੁਪਹਿਰ ਢਲ ਗਈ ਹੈ ਥੋੜੀ ਜੀ। ਜਦੋਂ ਦੋ ਪਹਿਰ ਬੀਤ ਗਏ, ਜਬ ਬਾਸਰ ਜੁਗ ਜਾਮ ਬਿਤੇ ਉਤਾ, ਜਦੋਂ ਦੋ ਪਹਿਰ ਬੀਤ ਗਏ, ਦੋ ਪਹਿਰ ਤੋਂ ਭਾਵ ਵੀ 12 ਵਜੇ ਦਾ ਸਮਾਂ ਹੋ ਗਿਆ। ਦੋ ਪਹਿਰ ਬੀਤਣ ਤੋਂ ਬਾਅਦ 12 ਵਜੇ ਤੋਂ ਉੱਪਰ ਸਮਾਂ ਹੋ ਗਿਆ, ਵੀ 12:15 ਦਾ ਸਮਾਂ ਹੋ ਗਿਆ। ਤੇ ਤਿੱਖੀ ਧੁੱਪ ਆ ਦੁਪਹਿਰ ਵੇਲੇ ਦੀ, ਵਿਸਾਖ ਦਾ ਮਹੀਨਾ ਵਾ। ਬਾਬਾ ਜੀ ਮੱਝਾਂ ਚਾਰ ਰਹੇ ਆ, ਗਾਵਾਂ ਚਾਰ ਰਹੇ ਆ, ਤੇ ਸੂਰਜ ਦੀਆਂ ਚੰਡ ਜਿਹੜੀਆਂ ਤਿੱਖੀਆਂ ਕਿਰਨਾਂ ਹਨ ਉਹ ਪੈ ਰਹੀਆਂ। ਤਾਂ ਕੁਛ ਕੁ ਕਹਿੰਦੇ ਵੀ ਮਹਾਰਾਜ ਦੀ ਮੌਜ ਹੈ, ਕੌਤਕ ਆ ਸਤਿਗੁਰੂ ਜੀ ਦੇ, ਉਂਝ ਥੱਕਣਾ ਥਕਾਉਣਾ ਤੇ ਕੀ ਆ ਸਤਿਗੁਰਾਂ ਨੇ। ਮਹਾਰਾਜ ਤੇ ਸਾਰੀ ਸ੍ਰਿਸ਼ਟੀ ਦਾ ਚੱਕਰ ਲਾ ਕੇ ਨਹੀਂ ਥੱਕੇ, ਇਹ ਤਾਂ ਗਰੀਬ ਨਵਾਜ ਦੇ ਇੱਕ ਖੇਡ ਹੀ ਆ। ਕਹਿੰਦੇ ਵੀ ਮੱਝਾਂ ਗਾਵਾਂ ਚਾਰਦਿਆਂ ਹੋਇਆਂ ਦੁਪਹਿਰ ਵੇਲਾ ਆ ਗਿਆ ਤੇ ਕੁਝ ਕੁ ਥਕੇਵਾਂ ਹੋ ਗਿਆ ਮਹਾਰਾਜ, ਕੁਝ ਕੁ ਥਕੇਵਾਂ ਹੋ ਗਿਆ ਤੇ ਥੋੜਾ ਜਿਹਾ ਆਲਸ ਆ ਗਿਆ ਹੈ। ਹੁਣ ਮੱਝਾਂ ਗਾਵਾਂ ਚਾਰਦਿਆਂ ਹੋਇਆਂ ਮਹਾਰਾਜ ਨੇ ਖਿਆਲ ਕੀਤਾ ਵੀ ਇੱਕ ਥਾਂ ਤੇ ਟਿਕ ਜਾਈਏ, ਹੁਣ ਥਕੇਵਾਂ ਜਿਹਾ ਹੋ ਗਿਆ, ਸਵੇਰ ਦੇ ਚਾਰ ਰਹੇ ਆ ਤੇ ਇਸ ਕਰਕੇ ਹੁਣ ਟਿਕ ਗਏ ਇੱਕ ਥਾਂ ਤੇ। ਵੇਖ ਕਰਕੇ ਇੱਕ ਦਰਖਤ ਦੀ ਸੰਘਣੀ ਛਾਂ, ਉਹ ਦਰਖਤ ਸੀ ਮਾਲ ਦਾ। ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ, ਬਾਕੀ ਸੰਗਤਾਂ ਦਰਸ਼ਨ ਵੀ ਕਰਕੇ ਆਉਂਦੀਆਂ। ਮਾਲ ਜੀ ਦਾ ਰੁੱਖ ਸੀ ਉਹ, ਮਾਲ ਉਸ ਦਰਖਤ ਦਾ ਨਾਮ ਹੈ ਮਾਲ। ਤਾਂ ਉਹ ਮਾਲ ਦੇ ਦਰਖਤ ਦੇ ਹੇਠਾਂ ਮਹਾਰਾਜ ਸਾਹਿਬ ਜੀ ਉਹਦੇ ਸੰਘਣੀ ਛਾਂ ਦੇ ਥੱਲੇ ਬੈਠ ਗਏ। ਜਦੋਂ ਉਹਦੀ ਠੰਡੀ ਛਾਂ ਥੱਲੇ ਆਏ ਨਾ, ਹੁਣ ਚਿੱਤ ਮਹਾਰਾਜ ਦੇ ਅੰਦਰ ਖਿਆਲ ਆਇਆ, ਚਿੱਤ ਬਰਮਾਇਆ, ਭਾਵ ਵੀ ਚਿੱਤ ਕੀਤਾ ਵੀ ਹੁਣ ਇੱਥੇ ਕੁਝ ਸਮਾਂ ਆਰਾਮ ਕਰ ਲਈਏ, ਸੌਂ ਲਈਏ, ਕੁਝ ਸਮਾਂ ਬਰਾਜ ਜਾਈਏ। ਹੌਲੀ ਹੌਲੀ ਸੁਗੰਧੀ ਵਾਲੀ ਤੇ ਸੀਤ ਠੰਡੀ ਹਵਾ ਵਗ ਰਹੀ ਹੈ ਤੇ ਦਰਖਤ ਦੇ ਹੇਠਾਂ ਮਹਾਰਾਜ ਸਾਹਿਬ ਜੀ ਨੇ ਫਿਰ ਵਿਛਾਉਣਾ ਵਿਛਾਇਆ ਹੈ। ਉਹ ਕਿਹੜਾ? ਦਰਖਤ ਦੇ ਪੱਤੇ ਜਿਹੜੇ ਥੱਲੇ ਪਏ ਨਾ ਉਹਨਾਂ ਨੂੰ ਇਕੱਠੇ ਕਰਕੇ ਤੇ ਉਹੀ ਇੱਕ ਥਾਂ ਤੇ ਵਿਛਾ ਲਏ। ਦਰਖਤ ਦੇ ਪੱਤਿਆਂ ਦਾ ਹੀ ਮਹਾਰਾਜ ਸਾਹਿਬ ਨੇ ਵਿਛਾਉਣਾ ਵਿਛਾ ਲਿਆ ਹੈ। ਉਹ ਕੋਮਲ ਪੱਤੇ ਜਿਹੜੇ ਥੱਲੇ ਵਿਛਾ ਕਰਕੇ ਉਹਦੇ ਉੱਤੇ ਫਿਰ ਆਪਣਾ ਮਹਾਰਾਜ ਸਾਹਿਬ ਜੀ ਨੇ ਚਿੱਟੇ ਰੰਗ ਦਾ ਚਾਦਰਾ ਸੀ ਗੁਰੂ ਸਾਹਿਬ ਜੀ ਦੇ ਪਾਸ, ਉਹ ਚਿੱਟੇ ਰੰਗ ਦੀ ਚਾਦਰ ਜਿਹੜੀ ਸੀ ਉਹ ਪੱਤਿਆਂ ਦੇ ਉੱਤੇ ਵਿਛਾ ਦਿੱਤੀ ਹੈ।
ਕਿਰਪਾ ਨਿਕੇਤਾ, ਕਿਰਪਾ ਦੇ ਨਿਕੇਤਾ ਕਹੀਏ ਘਰ, ਕਿਰਪਾ ਦੇ ਘਰ ਫਿਰ ਉਸ ਜੋ ਚਾਦਰਾ ਵਿਛਾਇਆ ਨਾ ਪੱਤਿਆਂ ਦੇ ਉੱਤੇ, ਉਹਦੇ ਤੇ ਬਰਾਜ ਗਏ ਹਨ। ਮੱਝਾਂ ਗਾਵਾਂ ਚਰ ਰਹੀਆਂ ਤੇ ਮਹਾਰਾਜ ਨੇ ਨੇਤਰ ਮੂੰਦ ਲਏ ਆ, ਨੇਤਰ ਮੀਟ ਲਏ ਆ ਤੇ ਨੀਂਦ ਦੇ ਵਸ ਹੋ ਗਏ, ਬਰਾਜ ਗਏ। ਕਿਰਪਾ ਦੀ ਖਾਨ, ਕਿਰਪਾ ਦਾ ਖਜ਼ਾਨਾ, ਖਾਨ ਉਹਨੂੰ ਕਹਿੰਦੇ ਆ ਜਿਹਦੇ ਵਿੱਚੋਂ ਕੋਈ ਚੀਜ਼ ਨਿਕਲਦੀ ਆ। ਆ ਧਰਤੀ ਵਿੱਚ ਵੀ ਖਾਨਾਂ ਹੁੰਦੀਆਂ ਨਾ, ਕਿਸੇ ਨੂੰ ਲੋਹੇ ਦੀ ਖਾਨ ਆਖਿਆ ਜਾਂਦਾ, ਕਿਸੇ ਨੂੰ ਕੋਲੇ ਦੀ ਖਾਨ ਆਖਿਆ ਜਾਂਦਾ, ਵੀ ਇੱਥੋਂ ਜਿੰਨਾ ਮਰਜ਼ੀ ਲੋਹਾ ਕੱਢੀ ਜਾਈਏ ਫਿਰ ਵੀ ਉਹ ਖਾਨਾਂ ਵੀ ਕਦੀ ਮੁੱਕ ਜਾਂਦੇਗਾ। ਪਰ ਮਹਾਰਾਜ ਨੂੰ ਕਿਰਪਾ ਦੀ ਖਾਨ ਆਪਿਆ, ਵੀ ਕਿਰਪਾ ਨਿਕਲਦੀ ਜਿੱਥੋਂ, ਸਾਰੇ ਸੰਸਾਰ ਦੇ ਵਿੱਚ ਉਹ ਕਿਰਪਾ ਵੰਡੀ ਆ ਤੇ ਕਿਰਪਾ ਦੀ ਖਾਨ ਚੋਂ ਫਿਰ ਵੀ ਕਿਰਪਾ ਨਹੀਂ ਮੁੱਕੀ। ਅੱਜ ਵੀ ਕਿਰਪਾ ਜਿਉਂਦੀ ਤਿਉਂ ਹੀ ਭਰੀ ਹੋਈ ਆ। ਕਿਰਪਾ ਦੇ ਜੋ ਖਜ਼ਾਨੇ ਹਨ, ਕਿਰਪਾ ਖਾਨ ਜੇ ਸੋਚ ਵਿਮੋਚਨ, ਤੇ ਜਿਹੜੇ ਸੋਚਾਂ ਨੂੰ, ਫਿਕਰਾਂ ਨੂੰ, ਚਿੰਤਾਵਾਂ ਨੂੰ ਕੱਟ ਦੇਣ ਵਾਲੇ ਹਨ ਤੇ ਚਿੰਤਾ ਤੋਂ ਰਹਿਤ ਕਰਦੇ ਆਪਣੇ ਸਿੱਖਾਂ ਸੇਵਕਾਂ ਨੂੰ। 6 ਘੜੀਆਂ ਜਦੋਂ ਮਹਾਰਾਜ ਸਾਹਿਬ ਜੀ ਨੂੰ ਬਰਾਜਿਆਂ ਹੋਇਆਂ, ਸੁੱਤਿਆਂ ਹੋਇਆਂ ਬੀਤ ਗਈਆਂ। ਸਮੇਂ ਦੇ ਨਾਲ ਸੂਰਜ ਜਿਹੜਾ ਉਹ ਪਸ਼ੂਆਂ ਵਾਲੇ ਪਾਸੇ ਚਲੇ ਗਿਆ ਤੇ ਇਸ ਕਰਕੇ ਦਰਖਤ ਦਾ ਜਿਹੜਾ ਪਰਛਾਵਾਂ ਸੀ ਉਹ ਢਲ ਗਿਆ। ਜਦੋਂ ਪੱਛਮ ਦੀ ਦਿਸ਼ਾ ਵੱਲ ਨੂੰ ਸੂਰਜ ਬਹੁਤਾ ਚਲੇ ਗਿਆ, ਮਹਾਰਾਜ ਸੁੱਤੇ ਹੋਏ ਆ ਤੇ ਚਿਹਰੇ ਦੇ ਉੱਤੇ ਕੜਕ ਵੀ ਧੁੱਪ ਪੈ ਰਹੀ ਹੈ। ਹੁਣ ਚਿਹਰੇ ਤੋਂ ਮਹਾਰਾਜ ਦੇ ਮਸਤਕ ਤੇ, ਚਿਹਰੇ ਤੇ ਪਸੀਨਾ ਆ ਗਿਆ। ਪਸੀਨੇ ਦੀਆਂ ਮੁੜਕੇ ਦੀਆਂ ਬੂੰਦਾਂ ਜਿਹੜੀਆਂ ਹਨ ਉਹ ਟਪਕਣ ਲੱਗ ਪਈਆਂ ਮਸਤਕ ਦੇ ਉੱਤੇ। ਸਵੇਦੰ ਬਿੰਦ, ਪਸੀਨੇ ਦੀਆਂ ਮੁੜਕੇ ਦੀਆਂ ਬੂੰਦਾਂ, ਜਾਣੋ ਕਿ ਕਹਿੰਦੇ ਮਕਰੰਦ ਰਸ ਦੀਆਂ ਬੂੰਦਾਂ ਵਾਂਗੂ ਹਨ। ਮਕਰੰਦ ਦੀਆਂ ਬੂੰਦਾਂ ਜਿਹੜੀਆਂ ਕਮਲ ਫੁੱਲ ਦੇ ਉੱਤੇ ਬਣੀਆਂ ਹੁੰਦੀਆਂ, ਨਿੱਕੀਆਂ ਨਿੱਕੀਆਂ ਬੂੰਦਾਂ, ਜਾਣੋ ਇਹ ਕਮਲ ਫੁੱਲ ਦੇ ਉੱਤੇ ਹੀ ਜਿਵੇਂ ਬੂੰਦਾਂ ਪਈਆਂ ਹਨ ਮਕਰੰਦ ਰਸ ਦੀਆਂ। ਮਹਾਰਾਜ ਦਾ ਚਿਹਰਾ ਕਮਲ ਫੁੱਲ ਦੀ ਤਰ੍ਹਾਂ ਵਾ ਤੇ ਮੁੜਕੇ ਦੀਆਂ ਜਿਹੜੀਆਂ ਬੂੰਦਾਂ ਉਹ ਜਾਣੋ ਮਕਰੰਦ ਰਸ ਹੈ। ਜਿਵੇਂ ਕਮਲ ਫੁੱਲ ਦੇ ਪੱਤਿਆਂ ਦੇ ਉੱਤੇ ਮਕਰੰਦ ਰਸ ਦੀਆਂ ਬੂੰਦਾਂ ਸ਼ੋਭਾ ਪਾਉਂਦੀਆਂ, ਮੁੜਕੇ ਦੀਆਂ ਬੂੰਦਾਂ ਮਹਾਰਾਜ ਦੇ ਮਸਤਕ ਤੇ, ਚਿਹਰੇ ਤੇ ਇਸ ਤਰ੍ਹਾਂ ਸ਼ੋਭਦੀਆਂ। ਕਵੀ ਜੀ ਸ਼ੋਭਾ ਕਰਦੇ ਆ ਮੁੜਕੇ ਦੀ, ਤੇਜ ਧੁੱਪ ਦੇ ਨਾਲ ਜੋ ਮਹਾਰਾਜ ਦੇ ਮੁੜਕਾ ਆ ਰਿਹਾ, ਪਸੀਨਾ ਆ ਰਿਹਾ ਚਿਹਰੇ ਤੇ, ਕਹਿੰਦੇ ਜਾਂ ਅਥਵਾ ਚੰਦਰਮਾ ਮੰਡਲ ਦੇ ਵਿੱਚੋਂ ਕਹਿੰਦੇ ਵੀ ਚੰਦਰਮਾ ਦੇ ਵਿੱਚੋਂ ਇਹ ਅੰਮ੍ਰਿਤ ਦੇ ਹੀ ਕਿਣਕੇ ਜਿਹੜੇ ਉਹ ਸਿਮ ਰਹੇ ਆ, ਜਾਂ ਇਸ ਤਰ੍ਹਾਂ ਜਾਣੋ ਜਿਵੇਂ ਚੰਦਰਮਾ ਮੰਡਲ ਦੇ ਵਿੱਚੋਂ ਅੰਮ੍ਰਿਤ ਦੇ ਕਿਣਕੇ ਸਿਮ ਰਹੇ ਹੋਣ। ਜਦੋਂ ਇਸ ਤਰ੍ਹਾਂ ਮਹਾਰਾਜ ਦੇ ਚਿਹਰਾ ਮੁੜਕੀ ਹੋਇਆ ਨਾ, ਤੇਜ ਧੁੱਪ ਪੈ ਰਹੀ ਚਿਹਰੇ ਤੇ, ਫਿਰ ਸ਼ੇਸ਼ ਨਾਗ ਨੇ ਜਾਣਿਆ ਕਿ ਇਹ ਮੇਰੀ ਸੇਜਾ ਤੇ ਜੋ ਬਿਰਾਜਣ ਵਾਲੇ ਹਨ, ਮੇਰੇ ਮਿਲਾਪੀ ਹਨ, ਜੋ ਮੇਰੇ ਉੱਤੇ ਆਸਣ ਲਾ ਕੇ ਸੌਣ ਵਾਲੇ ਹਨ। ਇਹ ਮੇਰੇ ਮਾਲਕ ਦੇ ਚਿਹਰੇ ਉੱਤੇ ਧੁੱਪ ਆ ਗਈ ਹੈ ਤੇ ਮੈਨੂੰ ਜਾ ਕੇ ਸੇਵਾ 'ਚ ਹਾਜ਼ਰ ਹੋਣਾ ਚਾਹੀਦਾ। ਮਹਾਰਾਜ ਸਾਹਿਬ ਦੇ ਚਿਹਰੇ ਦੀ ਧੁੱਪ ਦੂਰ ਕਰਾਂ, ਮਹਾਰਾਜ ਦੇ ਚਿਹਰੇ ਤੇ ਛਾਂ ਕਰਾਂ, ਇਉਂ ਆਪਣੇ ਹਿਰਦੇ ਵਿੱਚ ਧਾਰ ਲਈ ਹੈ ਸ਼ੇਸ਼ ਨਾਗ ਨੇ। ਕਹਿੰਦੇ ਫਿਰ ਇਸ ਤਰ੍ਹਾਂ ਦਾ ਰੂਪ ਧਾਰ ਕੇ ਆਇਆ ਉਹ ਸ਼ੇਸ਼ ਨਾਗ। ਸਵੇਤ ਵਰਨ, ਚਿੱਟਾ ਰੰਗ ਹੈ, ਇੰਨਾ ਚਿੱਟਾ ਰੰਗ ਹੈ ਜਿਵੇਂ ਗਾਂ ਦਾ ਦੁੱਧ ਚੋਇਆ ਹੁੰਦਾ ਨਾ ਤੇ ਉਹ ਚਿੱਟੇ ਰੰਗ ਦਾ ਹੈ। ਤਾਜ਼ਾ ਤਾਜ਼ਾ ਦੁੱਧ, ਨਵੀਨਾ ਆਖਿਆ, ਗੋ ਦੁਗਧ ਨਵੀਨਾ, ਗਾਂ ਦਾ ਦੁੱਧ ਉਹ ਵੀ ਨਵਾਂ, ਨਵਾਂ ਤੋਂ ਭਾਵ ਜਿਹੜਾ ਤਾਜ਼ਾ ਧਾਰ ਕੱਢੀ ਹੈ ਉਹ ਐ ਚਿੱਟੇ ਰੰਗ ਦਾ ਹੁੰਦਾ। ਦੁੱਧ ਦੇ ਉੱਤੇ ਜਿਹੜੀ ਝੱਗ ਆਉਂਦੀ ਹੈ ਉਹ ਕਿੰਨੀ ਚਿੱਟੀ ਹੁੰਦੀ ਹੈ, ਉਸ ਤਰ੍ਹਾਂ ਦਾ ਰੰਗ ਧਾਰਨ ਕਰਕੇ ਆਇਆ ਹੈ। ਇਸ ਤਰ੍ਹਾਂ ਸ਼ੇਸ਼ ਨਾਗ ਨੇ ਚਿੱਟਾ ਰੰਗ, ਗਾਂ ਦੇ ਦੁੱਧ ਵਰਗਾ ਚਿੱਟਾ ਰੰਗ ਧਾਰਨ ਕਰਕੇ ਦੂਸਰਾ ਇਹ ਸਰੀਰ ਧਾਰਨ ਕਰਕੇ ਆਉਣਾ ਕੀਤਾ ਪ੍ਰਵੀਣ ਨੇ। ਆ ਗਿਆ ਨਾ ਜਦੋਂ ਮਹਾਰਾਜ ਦੇ ਚਰਨਾਂ ਵਿੱਚ, ਤੇ ਫਿਰ ਸੋਹਣੇ ਸੁੱਖਾਂ ਦੇ ਘਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ। ਸਿੱਧਾ ਆ ਕੇ ਉਹਨੇ
ਛਾਂ ਹੀ ਨਹੀਂ ਕੀਤੀ, ਪਹਿਲੋਂ ਪ੍ਰੀਤ ਦੇ ਨਾਲ ਮੱਥਾ ਟੇਕਿਆ ਮਹਾਰਾਜ ਦੇ ਚਰਨਾਂ ਵਾਲੇ ਪਾਸੇ। ਸ਼ੇਸ਼ਨਾਗ ਜਿਹੜਾ ਚਿੱਟੇ ਰੂਪ ਦੇ ਵਿੱਚ ਆਇਆ, ਚਿੱਟੇ ਰੰਗ ਦਾ ਸੱਪ ਬਣ ਕੇ, ਤਾਂ ਇਸ ਤਰ੍ਹਾਂ ਉਹਨੇ ਪ੍ਰੀਤ ਦੇ ਨਾਲ ਫਿਰ ਵਿਸ਼ੇਸ਼ ਕਰਕੇ ਵੰਦਨਾ ਕੀਤੀ ਹੈ। ਫਿਰ 3 ਪ੍ਰਕਰਮਾਂ ਕੀਤੀਆਂ ਮਹਾਰਾਜ ਸਾਹਿਬ ਜੀ ਦੀਆਂ। ਫਿਰ ਮਹਾਰਾਜ ਦੇ ਸੀਸ ਵਾਲੇ ਪਾਸੇ ਆ ਕਰਕੇ ਖਲੋ ਗਿਆ। ਫਿਰ ਮਹਾਰਾਜ ਦੇ ਚਿਹਰੇ ਉੱਤੇ, ਗੁਰੂ ਸਾਹਿਬ ਦੇ ਪਾਵਨ ਸਰੀਰ ਉੱਤੇ ਛਾਂ ਕਰਨ ਵਾਸਤੇ ਆਪਣੀ ਫਨ ਨੂੰ ਖਿਲਾਰ ਲਿਆ, ਫੈਲਾਓ ਦੇ ਸਹਿਤ ਕਰ ਲਿਆ। ਤੇ ਉਹ ਚਿੱਟੇ ਰੰਗ ਦੇ ਸ਼ੇਸ਼ਨਾਗ ਦੀ ਫਨ ਜਿਹੜੀ ਚਿੱਟੇ ਰੰਗ ਦੀ ਆ, ਅਤ ਉਜਲੀ ਆ, ਜਿਵੇਂ ਕਹਿੰਦੇ ਗੰਗਾ ਦੀ ਧਾਰ ਉਜਲੀ ਹੁੰਦੀ ਆ। ਹੇਮਕੁੰਟ ਸਾਹਿਬ ਦੇ ਇਲਾਕੇ ਵਾਲੇ ਪਾਸੇ ਜਦੋਂ ਉੱਤੇ ਪਹਾੜਾਂ ਚੋਂ ਗੰਗਾ ਥੱਲੇ ਡਿੱਗਦੀ ਤੇ ਚਿੱਟੇ ਰੰਗ ਦੀ ਹੁੰਦੀ, ਉਹ ਸਾਫ਼ ਜਲ, ਜਿਵੇਂ ਕਹਿੰਦੇ ਗੰਗਾ ਦੀ ਧਾਰਾ ਜਿਹੜੀ ਉਜਲੀ ਹੈ ਨਾ, ਅਤ ਉਜਲ, ਇਸ ਤਰ੍ਹਾਂ ਦੀ ਫਨ ਹੈ ਚਿੱਟੀ। ਉੱਚੀ ਕੀਤੀ ਹੋਈ ਉਹਨੇ ਫਨ ਚਿਹਰੇ ਦੇ ਉੱਤੇ, ਤੇ ਐਸੀ ਸੋਭਾ ਪਾਈ ਹੈ, ਜਾਣੋ ਕਿ ਜਿਵੇਂ ਸਮੁੰਦਰ ਦੇ ਵਿੱਚ ਸ਼ੇਸ਼ਨਾਗ ਦੇ ਉੱਤੇ ਹੀ ਮਹਾਰਾਜ ਆਸਣ ਲਾ ਕੇ ਬੈਠੇ ਹੋਣ। ਕਿਉਂਕਿ ਉਹ ਸੀਸ ਵਾਲੇ ਪਾਸੇ ਆ ਕਰਕੇ ਖਲੋ ਗਿਆ ਨਾ, ਉਧਰ ਫਨ ਕੀਤੀ, ਤੇ ਚਿਹਰੇ ਉੱਤੇ ਵੀ ਛਾਂ ਹੋ ਗਈ, ਤੇ ਬਾਕੀ ਵੀ ਸਾਰੇ ਸਰੀਰ ਦੇ ਉੱਤੇ ਫਿਰ ਉਹ ਪਰਛਾਵੇਂ ਦੇ ਨਾਲ ਛਾਂ ਹੋ ਗਈ। ਜੜ ਵਰਗੂ ਥਿਰ ਹੋ ਗਿਆ, ਖਲੋ ਗਿਆ। ਜਿਵੇਂ ਕੋਈ ਲੱਕੜ ਦੀ ਚੀਜ਼ ਇੱਕ ਥਾਂ ਤੇ ਖਲੋਤੀ ਹੁੰਦੀ ਹੈ, ਜਿਵੇਂ ਪੱਥਰ ਦੀ ਚੀਜ਼ ਕੋਈ ਇੱਕ ਥਾਂ ਖਲੋਤੀ ਹੁੰਦੀ ਹੈ, ਇਸ ਤਰ੍ਹਾਂ ਆਪਣੇ ਸਰੀਰ ਨੂੰ ਜੜ ਜਿਹਾ ਕਰ ਲਿਆ ਉਹਨੇ, ਇੱਕੇ ਥਾਂ ਤੇ ਖਿਲਾਰ ਲਿਆ, ਥੋੜਾ ਜਿੰਨਾ ਵੀ ਹਿਲਾਇਆ ਨਹੀਂ ਫਨ ਨੂੰ ਇੱਧਰ ਉੱਧਰ। ਇਸ ਤਰ੍ਹਾਂ ਕਹਿੰਦੇ ਕੁਝ ਸਮਾਂ ਬੀਤਿਆ, ਜਦੋਂ ਮਹਾਰਾਜ ਦੇ ਚਿਹਰੇ ਤੇ ਇਹ ਸੱਪ ਨੇ, ਸ਼ੇਸ਼ਨਾਗ ਨੇ ਸੱਪ ਦੇ ਰੂਪ ਦੇ ਵਿੱਚ ਆ ਕੇ ਛਾਂ ਕੀਤੀ ਹੈ। ਛਾਂ ਕੀਤੀ ਹੈ ਤੇ ਉਹਦਾ ਚਿੱਤ ਬੜਾ ਖੁਸ਼ ਹੋ ਰਿਹਾ ਹੈ ਕਿ ਮਹਾਰਾਜ ਸਾਹਿਬ ਜੀ ਦੀ ਮੈਂ ਸੇਵਾ ਕਰ ਰਿਹਾ ਹਾਂ, ਆਪਣੇ ਮਾਲਕ ਦੀ ਸੇਵਾ ਕਰ ਰਿਹਾ ਵਾਂ, ਖੁਸ਼ ਹੋ ਰਿਹਾ। ਕਿਉਂਕਿ ਗੁਰੂ ਕੀ ਸੇਵਾ ਕੱਲੇ ਸਿੱਖ ਹੀ ਨਹੀਂ ਕਰਦੇ, ਗੁਰੂ ਕੀ ਸੇਵਾ ਤੇ ਉਹ ਗੁਪਤ ਵੀ ਸਾਰੇ ਕਰੀ ਜਾਂਦੇ। ਪੌਣ ਗੁਰੂ ਕੀ ਸੇਵਾ ਕਰਦੀ, ਪਾਣੀ ਗੁਰੂ ਕੀ ਸੇਵਾ ਕਰਦਾ, ਸਭ ਦੇਵੀ ਦੇਵਤੇ ਗੁਰੂ ਕੀ ਸੇਵਾ 'ਚ ਹਾਜ਼ਰ ਆ। ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੈ ਹੈ, ਸਭ ਦੇਵੀਆਂ ਸਭ ਦੇਵਤੇ ਵੀ ਮਹਾਰਾਜ ਦੀ ਸੇਵਾ ਕਰਦੇ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਇਹ ਸਾਰੇ ਹੀ ਮਹਾਰਾਜ ਦੀ ਸੇਵਾ 'ਚ ਹਾਜ਼ਰ, ਸਾਰਾ ਬ੍ਰਹਿਮੰਡ ਹੀ ਗੁਰੂ ਕੀ ਸੇਵਾ 'ਚ ਹਾਜ਼ਰ ਹੈ, ਆਪਣੇ ਮਾਲਕ ਦੀ ਸੇਵਾ 'ਚ ਹਾਜ਼ਰ ਹਨ। ਤਾਂ ਬੜੀ ਖੁਸ਼ੀ ਹੋਈ ਉਸ ਨੂੰ ਕਿ ਇਹ ਛਾਉ ਅਤ ਹਰਕਤ ਚੀਤਾ, ਛਾਂ ਕਰਕੇ ਨਾ ਮਹਾਰਾਜ ਦੇ ਸਰੀਰ ਤੇ ਚਿਹਰੇ ਤੇ ਬਹੁਤ ਪ੍ਰਸੰਨ ਹੋ ਰਿਹਾ, ਖੁਸ਼ ਹੋ ਰਿਹਾ ਹੈ। ਇੰਨੇ ਚਿਰ ਨੂੰ ਤਲਵੰਡੀ ਦਾ ਰਾਜਾ ਰਾਏ ਬੁਲਾਰ ਉਹ ਕਿਸੇ ਪਾਸੇ ਗਿਆ ਹੋਇਆ ਸੀ ਤੇ ਵਾਪਸ ਆ ਰਿਹਾ ਸੀ ਤਲਵੰਡੀ ਵੱਲ, ਸਹਿਤ ਸੈਨਾ ਦੇ, ਆਪਣੀ ਫੌਜ ਦੇ ਸਮੇਤ ਕਿਤੇ ਹੋਰ ਪਾਸੇ ਗਿਆ ਹੋਇਆ ਸੀ। ਉਸ ਵੇਲੇ ਉਸ ਮੌਕੇ ਤੇ ਚੱਲ ਕਰਕੇ ਆਇਆ ਹੈ। ਇਸ ਰਸਤੇ ਤੇ ਲੰਘ ਰਿਹਾ ਸੀ ਜਿੱਥੇ ਮਹਾਰਾਜ ਬਰਾਜੇ ਹੋਏ ਆ, ਤੇ ਮਹਾਰਾਜ ਦੇ ਚਿਹਰੇ ਤੇ ਸੱਪ ਨੇ ਛਾਂ ਕੀਤੀ ਹੋਈ ਹੈ, ਸ਼ੇਸ਼ਨਾਗ ਨੇ। ਜਿਸ ਰਾਏ ਬੁਲਾਰ ਦੇ ਮਸਤਕ ਦੇ ਭਾਗ ਜਾਗੇ ਹੋਏ ਹਨ, ਕਹਿੰਦੇ ਰੰਗਾਂ ਰੰਗਾਂ ਦੇ ਜਿਹੜੀ ਘੋੜਿਆਂ ਦੀ ਫੌਜ ਹੈ ਉਹ ਰਾਏ ਬੁਲਾਰ ਦੇ ਨਾਲ ਆ ਰਹੀ ਹੈ। ਜਿਸ ਦੇ ਹਿਰਦੇ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਬਹੁਤ ਖੁਸ਼ੀ ਦੇ ਨਾਲ ਆਪਣੀ ਨਗਰੀ ਰਾਏ ਭੋਏ ਦੀ ਤਲਵੰਡੀ ਨੂੰ ਆ ਰਿਹਾ ਹੈ। ਜਦੋਂ ਦੂਰੋਂ ਵੇਖਿਆ ਨਾ ਉਹਨੇ ਨਾਗ ਨੂੰ, ਇਹ ਵੱਡੇ ਸੱਪ ਨੂੰ, ਦੂਰੋਂ ਜਿਸ ਵੇਲੇ ਉਹ ਫਨ ਖਿਲਾਰ ਕੇ ਮਹਾਰਾਜ ਸਾਹਿਬ ਦੇ ਚਿਹਰੇ ਤੇ ਸਰੀਰ ਦੇ ਉੱਤੇ ਛਾਂ ਕੀਤੀ ਹੈ, ਤੇ ਜਿਸ ਵੇਲੇ ਦੂਰੋਂ ਰਾਏ ਬੁਲਾਰ ਨੇ ਤੱਕਿਆ ਤੇ ਮਨ ਦੇ ਵਿੱਚ ਅਨੁਮਾਨ ਲਾਇਆ
ਵੀ ਇਹ ਕੌਣ ਲੰਮੇ ਪਿਆ ਹੋਇਆ ਜਿਸ ਨੇ ਧੁੱਪ ਤੋਂ ਬਚਾਅ ਵਾਸਤੇ ਚਿੱਟੇ ਰੰਗ ਦਾ ਕੱਪੜਾ ਪਾਇਆ ਹੋਇਆ ਹੈ ਆਪਣੇ ਸਰੀਰ ਦੇ ਉੱਤੇ, ਆਪਣੇ ਚਿਹਰੇ ਦੇ ਉੱਤੇ ਛਾਂ ਕੀਤੀ ਹੈ ਚਿੱਟੇ ਰੰਗ ਦੇ ਕੱਪੜੇ ਦੀ, ਕਿਉਂਕਿ ਦੂਰੋਂ ਚਿੱਟੇ ਰੰਗ ਦਾ ਕੱਪੜਾ ਹੀ ਲੱਗਦਾ ਸੀ। ਉਜਲੇ ਰੰਗ ਦਾ ਜਿਹੜਾ ਕੱਪੜਾ ਹੈ ਉਹ ਧੁੱਪ ਤੋਂ ਤਾਣਿਆ ਹੋਇਆ ਹੈ। ਤੇ ਨੇੜੇ ਹੀ ਦਰਖਤ ਹੈ, ਦਰਖਤ ਦੀ ਜਿਹੜੀ ਸ੍ਰੇਸ਼ਟ ਛਾਂ ਉਸ ਨੂੰ ਤਿਆਗਿਆ ਹੋਇਆ ਹੈ। ਇਹ ਕੌਣ ਇੱਥੇ ਲੰਮੇ ਪੈ ਰਿਹਾ ਹੈ ਜਿਸ ਨੇ ਕੱਪੜੇ ਦਾ ਆਸਰਾ ਲਿਆ ਹੈ ਧੁੱਪ ਤੋਂ ਬਚਾਅ ਵਾਸਤੇ। ਇਸ ਤਰ੍ਹਾਂ ਦੀ ਵਿਚਾਰ ਕਰਦਾ ਹੋਇਆ ਰਾਏ ਬੁਲਾਰ ਨੇੜੇ ਆ ਗਿਆ। ਜਦੋਂ ਨੇੜੇ ਜੇ ਆ ਗਿਆ ਨਾ, ਪਹਿਲਾਂ ਤੇ ਦੂਰੋਂ ਵੇਖ ਰਿਹਾ ਸੀ, ਜਦੋਂ ਰਸਤੇ ਤੇ ਆਉਂਦਿਆਂ ਆਉਂਦਿਆਂ ਨੇੜੇ ਆਇਆ ਫਿਰ ਵੇਖਿਆ ਵੀ ਇਹ ਕੱਪੜਾ ਤੇ ਨਹੀਂ ਗਾ, ਉਹਦੇ ਮੁਖ ਦੇ ਵਿੱਚੋਂ ਜਿਹੜੀ ਜੀਭ ਹੈ ਉਹ ਹਿੱਲ ਰਹੀ ਹੈ, ਕਦੀ ਅੰਦਰ ਕਦੀ ਬਾਹਰ ਨੂੰ ਜਾਂਦੀ ਹੈ। ਵੇਖਿਆ ਇਹ ਤਾਂ ਸੱਪ ਹੈ ਬਹੁਤ ਵੱਡੇ ਆਕਾਰ ਦਾ, ਬੜੀ ਵੱਡੀ ਫਨ ਵਾਲਾ, ਇਹ ਵੱਡੀ ਫਨ ਵਾਲਾ ਵੱਡਾ ਹੀ ਸੱਪ ਹੈ। ਇਹ ਤਾਂ ਵੱਡੇ ਸੱਪ ਨੇ ਆਪਣੀ ਫਨ ਨੂੰ ਉੱਚਾ ਕਰਕੇ ਤੇ ਖਿਲਾਰਿਆ ਹੋਇਆ ਹੈ ਤੇ ਕਿਵੇਂ ਜੀਭਾਂ ਮਾਰ ਰਿਹਾ ਹੈ। ਇਹ ਤਾਂ ਵੱਡੀ ਫਨ ਵਾਲਾ ਸੱਪ ਹੈ। ਰਾਏ ਬੁਲਾਰ ਨੇ ਹਿਰਦੇ 'ਚ ਵਿਚਾਰਦਿਆਂ ਹਿਰਦੇ ਵਿੱਚ ਦਇਆ ਜੀ ਧਾਰਨ ਕਰਕੇ, ਤਰਸ ਧਾਰਨ ਕਰਕੇ ਵਿਚਾਰ ਕੀਤੀ ਹੈ। ਹਾਲੇ ਫਿਰ ਵੀ ਥੋੜੀ ਦੂਰੀ ਤੇ ਸੀ, ਮਨ 'ਚ ਸੋਚਦਾ ਵੀ ਜਿਹੜਾ ਇਹ ਬੱਚਾ ਲੰਮਾ ਪਿਆ ਹੈ ਨਾ, ਜੇ ਸੱਪ ਨੇ ਡੰਗ ਦਿੱਤਾ ਹੋਇਆ ਤੇ ਬਾਲਕ ਮਰ ਗਿਆ ਹੋਵੇਗਾ, ਕਿਉਂਕਿ ਸੱਪ ਬੜਾ ਵੱਡਾ ਹੈ, ਕਿੱਡੀ ਇਹਦੀ ਫਨ ਚੌੜੀ ਹੈ ਤੇ ਉੱਤੇ ਇਤਨਾ ਖਿਲਾਰ ਕੇ ਇਹ ਖਲੋਤਾ ਹੋਇਆ ਹੈ। ਜੇ ਇਸ ਨੇ ਡੰਗ ਦਿੱਤਾ ਹੋਇਆ ਤੇ ਫਿਰ ਬਾਲਕ ਮਰ ਗਿਆ ਹੋਵੇਗਾ। ਤੇ ਜੇ ਇਹ ਬਾਲਕ ਜਿਉਂਦਾ ਹੋਇਆ ਤੇ ਕੋਈ ਅਵਤਾਰੀ ਹੋਵੇਗਾ, ਕਿਉਂਕਿ ਚਿੱਟੇ ਰੰਗ ਦਾ ਸੱਪ ਜੀ ਦੀ ਸੇਵਾ ਕਰ ਰਿਹਾ ਹੈ। ਆਪ ਥੋੜੀ ਦੂਰੀ ਤੇ ਰਸਤੇ ਤੇ ਹੀ ਖਲੋਤਾ ਹੋਇਆ ਰਾਏ ਬੁਲਾਰ ਆਪਣੇ ਇੱਕ ਨੌਕਰ ਨੂੰ ਆਖਿਆ ਵੀ ਜਾ ਵੇਖ ਕੇ ਆਇਆ ਆਪ ਹੀ ਇਹ ਬਾਲਕ ਜਿਉਂਦਾ ਜਾਂ ਸੱਪ ਨੇ ਡੰਗ ਦਿੱਤਾ। ਨੇੜੇ ਜਾ ਕੇ ਵੇਖ ਕੇ ਆ। ਜਦੋਂ ਰਾਏ ਬੁਲਾਰ ਦਾ ਨੌਕਰ ਆਇਆ ਨਾ ਨੇੜੇ, ਤਾਂ ਉਸ ਵੇਲੇ ਉਹ ਸ਼ੇਸ਼ਨਾਗ ਜਿਹੜਾ ਚਿੱਟੇ ਰੰਗ ਦੇ ਸੱਪ ਦੇ ਰੂਪ ਵਿੱਚ ਛਾਂ ਕਰੀ ਬੈਠਾ ਸੀ, ਉਹ ਫਿਰ ਪਤਾਲ ਵੱਲ ਨੂੰ ਚਲੇ ਗਿਆ, ਹੇਠਾਂ ਭਾਵ ਅਲੋਪ ਹੋ ਗਿਆ। ਤਾਂ ਫਿਰ ਰਾਏ ਬੁਲਾਰ ਆਪਣੇ ਘੋੜੇ ਨੂੰ ਤੋਰ ਕੇ ਆਪ ਨੇੜੇ ਆਇਆ। ਤਾਂ ਨੌਕਰ ਨੇ ਵੀ ਦੱਸ ਦਿੱਤਾ ਵੀ ਨਹੀਂ ਬਾਲਕ ਜਿਉਂਦਾ ਹੈ। ਤਾਂ ਉਸ ਮੌਕੇ ਤੇ ਆਪ ਨੇੜੇ ਆਇਆ ਹੈ ਤੇ ਅਚਰਜ ਹੋ ਗਿਆ ਚਿੱਤ ਦੇ ਵਿੱਚ। ਹੁਣ ਚਿੱਤ ਵਿੱਚ ਚਾਹ ਹੈ ਕਿ ਇਸ ਬਾਲਕ ਨੂੰ ਪਰਸਿਆ ਜਾਵੇ, ਇਹਦੇ ਨੇੜੇ ਜਾਵਾਂ। ਹਾਂ, ਬਾਲਕ ਨੂੰ ਵੇਖਣ ਵਾਸਤੇ ਨੇੜੇ ਆਇਆ, ਦੂਰੋਂ ਸਿਆਣਿਆ ਨਹੀਂ ਨਾ ਮਹਾਰਾਜ ਸਾਹਿਬ ਨੂੰ। ਜਦੋਂ ਹੁਣ ਘੋੜਾ ਲੈ ਕੇ ਨੇੜੇ ਆਇਆ ਹੈ ਤੇ ਘੋੜੇ ਦੇ ਸੁੰਮਾਂ ਦਾ, ਖੁਰਾਂ ਦਾ ਖੜਕਾ ਹੋਇਆ ਹੈ। ਬੇਦੀ ਕੁਲ ਦੇ ਬਰ ਜੋ ਸ੍ਰੇਸ਼ਟ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਘੋੜੇ ਦੇ ਸੁੰਮਾਂ ਦਾ, ਖੁਰਾਂ ਦਾ ਖੜਕਾ ਹੋਣ ਕਰਕੇ ਮਹਾਰਾਜ ਸਾਵਧਾਨ ਹੋ ਗਏ, ਭਾਵ ਉੱਠ ਕੇ ਬੈਠ ਗਏ। ਮਹਾਰਾਜ ਸਾਹਿਬ ਦੇ ਨੇਤਰ ਖਿੜ ਗਏ, ਭਾਵ ਨੇਤਰ ਖੋਲ ਲਏ, ਜੋ ਕਵਲ ਫੁੱਲ ਵਰਗੇ ਹਨ। ਤੇ ਜੋ ਅੰਦਰਲੇ ਤਾਰੇ ਹਨ ਨੇਤਰਾਂ ਦੇ, ਕਾਲੇ ਕਾਲੇ ਜੋ ਅੰਦਰਲਾ, ਉਹ ਮੇਚਕ ਕਾਲੇ ਹਨ ਤਾਰੇ। ਜੋ ਅੱਖਾਂ ਦੇ ਤਾਰੇ, ਅੱਖਾਂ ਦੀਆਂ ਪੁਤਲੀਆਂ ਕਾਲੀਆਂ ਹਨ, ਬਰ ਸ੍ਰੇਸ਼ਟ ਜਿਵੇਂ ਭੌਰੇ ਕਾਲੇ ਹੁੰਦੇ ਹਨ। ਜਦੋਂ ਮਹਾਰਾਜ ਨੇ ਨੇਤਰ ਖੋਲੇ, ਉੱਠ ਕੇ ਬੈਠੇ, ਸਾਵਧਾਨ ਹੋਏ ਤੇ ਸਾਹਮਣੇ ਵੇਖਿਆ ਵੀ ਘੋੜੇ ਤੇ ਸਵਾਰ ਰਾਏ ਬੁਲਾਰ ਖਲੋਤਾ ਹੈ ਤੇ ਨਾਲ ਸਿਪਾਹੀਆਂ ਦੀ, ਸੂਰਮਿਆਂ ਦੀ ਬਹੁਤੀ ਭੀੜ ਸੋਭ ਰਹੀ ਹੈ ਰਾਏ ਬੁਲਾਰ ਦੇ। ਮਹਾਰਾਜ ਉੱਠ ਕੇ ਫਿਰ ਅੱਗੇ ਹੋ ਕੇ ਤੇ ਸੀਸ ਝੁਕਾ ਕੇ ਰਾਏ ਬੁਲਾਰ ਨੂੰ ਨਮਸਕਾਰ ਕੀਤੀ ਹੈ। ਇੱਕ ਤਾਂ ਬਜ਼ੁਰਗ ਸੀ ਰਾਏ ਬੁਲਾਰ, ਦੂਸਰਾ ਨਗਰ ਦਾ ਰਾਜਾ ਸੀ,
ਇਹ ਦੋ ਕਾਰਨ ਜਾਣ ਕੇ ਸੰਸਾਰੀ ਮਰਿਆਦਾ ਨੂੰ ਰੱਖਦਿਆਂ ਹੋਇਆਂ ਮਹਾਰਾਜ ਨੇ ਨਮਸਕਾਰ ਕੀਤੀ ਹੈ, ਕਿਉਂਕਿ ਬਜ਼ੁਰਗਾਂ ਦਾ ਵੀ ਸਤਿਕਾਰ ਕਰੀਦਾ ਹੈ ਤੇ ਨਗਰ ਦੇ ਜੋ ਆਗੂ ਹਨ ਰਾਏ ਬੁਲਾਰ ਜੀ, ਇਹ ਜਾਣ ਕੇ ਵੀ ਇਹ ਸੰਸਾਰੀ ਮਰਿਆਦਾ ਹੈ, ਸਤਿਕਾਰ ਕਰੀਦਾ। ਤੋ ਮਹਾਰਾਜ ਸਾਹਿਬ ਜੀ ਨੇ ਬਜ਼ੁਰਗ ਜਾਣ ਕੇ, ਨਗਰ ਦੇ ਰਾਜੇ ਜਾਣ ਕੇ ਅੱਗੇ ਆ ਕਰਕੇ ਸੀਸ ਝੁਕਾਇਆ ਹੈ। ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਲਯੁਗ ਦੇ ਸਮੇਂ ਦੇ ਪਾਪਾਂ ਨੂੰ ਕੱਟਣ ਵਾਲੇ ਹਨ। ਨਗਰ ਪਾਲਕ ਭਾਵ ਰਾਏ ਬੁਲਾਰ ਜੀ, ਉਹ ਛੇਤੀ ਘੋੜੇ ਤੋਂ ਹੇਠਾਂ ਉਤਰੇ ਹਨ ਤੇ ਆਪਣੇ ਗਲ ਵਕੜੀ ਵਿੱਚ ਲੈਣ ਵਾਸਤੇ ਗੁਰੂ ਸਾਹਿਬ ਜੀ ਨੂੰ ਆਪਣੇ ਗਲ ਵਕੜੀ ਵਿੱਚ ਲੈਣ ਵਾਸਤੇ ਛੇਤੀ ਦੇ ਨਾਲ ਉਤਸ਼ਾਹ ਨਾਲ ਅੱਗੇ ਹੋਏ ਹਨ। ਬਹੁਤ ਸਤਿਕਾਰ ਦੇ ਨਾਲ ਘੁੱਟ ਕੇ ਗਲ ਵਕੜੀ ਵਿੱਚ ਲੈ ਲਿਆ ਹੈ। ਆਪਣੀ ਛਾਤੀ ਨਾਲ ਲਾ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਰਾਏ ਬੁਲਾਰ ਨੇ ਬੜੇ ਪਿਆਰ ਦੇ ਨਾਲ ਮੱਥਾ ਚੁੰਮਿਆ, ਬਹੁਤ ਪਿਆਰ ਦੇ ਨਾਲ। ਕਿੰਨਾ ਭਾਗਾਂ ਵਾਲਾ ਹੈ ਰਾਏ ਬੁਲਾਰ, ਉਹਨੇ ਪਿਆਰ ਨਾਲ ਮਹਾਰਾਜ ਸਾਹਿਬ ਜੀ ਦਾ ਮਸਤਕ ਚੁੰਮਿਆ ਹੈ ਬਜ਼ੁਰਗ ਨੇ। ਤੇ ਮਨ ਕਰਕੇ ਬਹੁਤ ਪ੍ਰੇਮ ਕਰਕੇ ਮਨੋਂ ਅਧੀਨ ਹੋ ਗਿਆ, ਝੁਕ ਗਿਆ ਮਹਾਰਾਜ ਸਾਹਿਬ ਦੇ ਅੱਗੇ। ਉਹਨੇ ਹਿਰਦਿਓਂ ਜਾਣ ਲਿਆ ਵੀ ਇਹ ਅਵਤਾਰ ਵਾ, ਇਹ ਸਧਾਰਨ ਬਾਲਕ ਨਹੀਂ ਹੈ, ਇਹ ਅਵਤਾਰ ਵਾ। ਮਨ ਵਿੱਚ ਮਹਾਰਾਜ ਦਾ ਪ੍ਰਭਾਵ ਜਾਣ ਲਿਆ। ਭਾਈ ਸਾਹਿਬ ਕਹਿੰਦੇ ਇਸ ਗਾਥਾ ਤੋਂ ਮਗਰੋਂ ਕਦੇ ਵੀ ਮਨ ਨਹੀਂ ਡੋਲਿਆ ਰਾਏ ਬੁਲਾਰ ਦਾ। ਜਦੋਂ ਉਸਨੇ ਵੇਖਿਆ ਮਹਾਰਾਜ ਦੇ ਚਿਹਰੇ ਉੱਤੇ ਇਹ ਸੱਪ ਨੇ ਛਾਂ ਕੀਤੇ, ਇਹ ਕੌਤਕ ਵੇਖਣ ਤੋਂ ਬਾਅਦ ਰਾਏ ਬੁਲਾਰ ਦਾ ਮਨ ਕਦੀ ਡਾਵਾਂ ਡੋਲ ਨਹੀਂ ਹੋਇਆ, ਉਹਦਾ ਸਿਦਕ ਵੱਜ ਗਿਆ। ਉਸ ਦਿਨ ਤੋਂ ਫਿਰ ਆਪਣੀ ਸ਼ਰਧਾ ਨੂੰ ਐ ਟਿਕਾ ਦੇ ਸਹਿਤ ਕਰ ਲਿਆ, ਪੱਕੀ ਕਰ ਲਿਆ। ਤੇ ਅੰਤਰਜਾਮੀ ਸਤਿਗੁਰੂ ਜੀ ਨੂੰ ਪਰਮੇਸ਼ਰ ਸਮਾਨ ਜਾਣਨ ਲੱਗ ਪਿਆ। ਰਾਜੇ ਨੇ, ਰਾਏ ਬੁਲਾਰ ਨੇ ਮਨ ਕਰਕੇ ਮਹਾਰਾਜ ਦੇ ਚਰਨਾਂ ਤੇ ਬੰਦਨਾ ਕੀਤੀ। ਘੁੱਟ ਕੇ ਗਲ ਵਕੜੀ ਵਿੱਚ ਮਹਾਰਾਜ ਨੂੰ ਲਿਆ ਹੋਇਆ ਹੈ ਤੇ ਵਿਰਾਗ ਦੇ ਵਿੱਚ, ਪਿਆਰ ਦੇ ਵਿੱਚ ਗਲਾ ਭਰ ਗਿਆ। ਜਿਸ ਵੇਲੇ ਗਲਾ ਕੰਠ ਰੁਕ ਜਾਂਦਾ, ਫਿਰ ਇੰਨਾ ਪ੍ਰੇਮ ਦਾ ਉਛਾਲਾ ਆਇਆ, ਪ੍ਰੇਮ ਨਾਲ ਭਰ ਗਿਆ ਰਾਏ ਬੁਲਾਰ, ਉਹਦੇ ਤੋਂ ਬੋਲਿਆ ਨਹੀਂ ਜਾਂਦਾ, ਗਲਾ ਰੁਕ ਗਿਆ। ਬੋਲ ਨਹੀਂ ਸਕਿਆ, ਪਿਆਰ ਦੇ ਨਾਲ ਕੰਠ ਰੁਕ ਗਿਆ, ਮੁਕਤੀ ਦੇ ਯੋਗ ਹੋ ਗਿਆ। ਰੋਮ ਰੋਮ ਪ੍ਰਸੰਨ ਹੋ ਗਿਆ, ਰੋਮ ਰੋਮ ਖਿੜ ਗਿਆ ਰਾਏ ਬੁਲਾਰ ਦਾ। ਜਿਵੇਂ ਰੋਮ ਖੁਸ਼ੀ ਨਾਲ ਖਿੜ ਜਾਂਦੇ ਨਾ, ਖੜੇ ਹੋ ਜਾਂਦੇ ਰੋਮ, ਇੰਨਾ ਚਾਅ ਚੜਿਆ ਕਿ ਰੋਮ ਰੋਮ ਸਾਰੀ ਪੁਲਕਾਵਲੀ ਜਿਹੜੀ ਹੈ, ਰੋਮ ਆਵਲੀ ਹੈ, ਉਹ ਖਿੜ ਗਈ ਤੇ ਘੋੜੇ ਤੇ ਸਵਾਰ ਹੋ ਕਰਕੇ ਆਪਣੇ ਨਗਰ ਨੂੰ ਚਲੇ ਗਿਆ। ਆਪਣੇ ਘਰ ਦੇ ਵਿੱਚ ਜਾ ਕੇ ਬੈਠਾ ਹੈ ਤੇ ਹੁਣ ਚਾਅ ਬਹੁਤ ਚੜਿਆ ਰਾਏ ਬੁਲਾਰ ਨੂੰ, ਉਮੰਗ ਬਹੁਤ ਹੈ, ਹਿਰਦੇ ਵਿੱਚ ਉਤਸ਼ਾਹ ਵਧਿਆ ਹੋਇਆ ਹੈ। ਆਪਣੇ ਘਰੇ ਬੈਠਾ ਬੈਠਾ ਰਾਏ ਬੁਲਾਰ ਆਪਣੇ ਹਿਰਦੇ ਦੇ ਵਿੱਚ ਸ੍ਰੇਸ਼ਟ ਵਿਚਾਰ, ਸ੍ਰੇਸ਼ਟ ਫੁਰਨੇ ਕਰ ਰਿਹਾ ਹੈ। ਕਹਿਣ ਲੱਗਾ ਵੀ ਇਹ ਸ੍ਰੀ ਨਾਨਕ ਜੀ ਮੇਰੇ ਸੰਸਾਰ ਦੇ ਬੰਧਨਾਂ ਦੀ ਨਿਵਰਤੀ ਕਰਨਗੇ। ਜਦੋਂ ਇਹ ਬਚਪਨਾ ਛੱਡ ਕਰਕੇ ਜਵਾਨ ਹੋ ਜਾਣਗੇ, ਫਿਰ ਮੈਂ ਇਹਨਾਂ ਦੀ ਵਡਿਆਈ ਵੀ ਕਰਾਂਗਾ ਤੇ ਇਹਨਾਂ ਦੇ ਅੱਗੇ ਬੇਨਤੀ ਵੀ ਕਰਾਂਗਾ। ਫਿਰ ਇਹ ਮੈਨੂੰ ਉਹ ਅਵਸਥਾ ਦੇਣਗੇ, ਉਹ ਪਦ ਬਖਸ਼ਣਗੇ ਜਿਹੜਾ ਜੋਗੀਆਂ ਵਾਸਤੇ ਵੀ ਲੱਭਣਾ ਕਠਿਨ ਹੈ। ਜਿਹੜੇ ਯੋਗਾ ਅਭਿਆਸ ਕਰਦੇ ਉਹਨਾਂ ਨੂੰ ਵੀ ਪ੍ਰਾਪਤ ਹੋਣਾ ਜੋ ਦੁਰਲੱਭ ਹੈ, ਛੇਤੀ ਨਹੀਂ ਉਹਨਾਂ ਨੂੰ ਵੀ ਲੱਭਦਾ। ਮੈਨੂੰ ਉਹ ਪਰਮ ਪਾਦੇ ਬਖਸ਼ ਦੇਣਗੇ, ਇਹਨਾਂ ਦੀ ਅੱਗੇ ਮੈਂ ਬੇਨਤੀ ਕਰਾਂਗਾ, ਮੈਂ ਇਹਨਾਂ ਦੀ ਵਡਿਆਈ ਕਰਾਂਗਾ। ਮੇਰਾ ਕੋਈ ਪੂਰਬਲਾ ਵੱਡਾ ਭਾਗ ਜਾਗਿਆ,
ਕੋਈ ਪੂਰਬਲੇ ਭਾਗ ਜਾਗੇ ਮੇਰੇ ਕਿ ਖੁਦਾ ਨੇ ਮੇਰੀ ਨਗਰੀ ਦੇ ਵਿੱਚ ਸਰੀਰ ਧਾਰਨ ਕਰਕੇ ਵਾਸਾ ਕੀਤਾ ਹੋਇਆ। ਮੇਰੇ ਕੋਈ ਪੂਰਬਲੇ ਵੱਡੇ ਭਾਗ ਜਾਗੇ ਆ, ਖੁਦਾ ਸਰੀਰ ਧਾਰ ਕੇ ਰੇਤ ਤਲਵੰਡੀ ਵਿੱਚ ਆ ਗਿਆ ਹੈ। ਕਿਉਂਕਿ ਹੁਣ ਜਿਨ੍ਹਾਂ ਦੇ ਨਾਲ ਮੈਂ ਬੋਲਾਂਗਾ, ਜਿਨ੍ਹਾਂ ਨਾਲ ਮੈਂ ਮਿਲਾਂਗਾ, ਤੇ ਖੁਦਾ ਨਾਲ ਬੋਲਣ ਦਾ ਤੇ ਖੁਦਾ ਨਾਲ ਮਿਲਣ ਦਾ ਤੇ ਫਲ ਹੀ ਬੜਾ ਵੱਡਾ। ਇਹ ਸ਼ਰਧਾ ਵਾਲਾ ਹੀ ਜਾਣਦਾ, ਇਹ ਭਾਗਾਂ ਵਾਲਾ ਹੀ ਜਾਣਦਾ, ਜਿਹਦੇ ਅੰਦਰ ਭਾਵਨਾ ਉਹੀ ਜਾਣਦਾ। ਇਹ ਫਲ ਭਾਗਾਂ ਵਾਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ। ਰਾਏ ਬੁਲਾਰ ਜੀ ਕਹਿੰਦੇ ਆ ਕਿ ਜਿਨ੍ਹਾਂ ਦੇ ਨਾਲ ਬੋਲਣ ਦਾ ਤੇ ਮਿਲਣ ਦਾ ਮਹਾਨ ਫਲ ਹੋਵੇਗਾ, ਉਹ ਕਿੰਨਾ ਕੁ ਵੱਡਾ ਫਲ ਹੋਵੇਗਾ ਇਹਨਾਂ ਦੇ ਦਰਸ਼ਨਾਂ ਦਾ, ਇਹਨਾਂ ਦੇ ਬਚਨ ਸੁਣਨ ਦਾ। ਵੇਦ ਤੇ ਕਿਤੇ ਵੀ ਉਹਨੂੰ ਕਥਨ ਨਹੀਂ ਕਰ ਸਕਦੇ। ਸਨਾਤਨ ਮਤ ਦੇ ਗ੍ਰੰਥ ਵੀ, ਚਾਰੇ ਵੇਦ ਤੇ ਇਸਲਾਮ ਮਤ ਦੇ ਗ੍ਰੰਥ ਵੀ ਕਿਤਾਬ ਵੀ ਉਸ ਨੂੰ ਕਥਨ ਨਹੀਂ ਕਰ ਸਕਦੇ। ਆਪਣੇ ਨੌਕਰ ਨੂੰ ਫਿਰ ਭੇਜਿਆ ਰਾਏ ਬੁਲਾਰ ਨੇ, ਆਖਿਆ ਜਾ ਪਟਵਾਰੀ ਬਾਬੇ ਕਾਲੂ ਨੂੰ ਸੱਦ ਕੇ ਲਿਆ, ਮਹਿਤਾ ਕਲਿਆਣ ਚੰਦ ਨੂੰ ਬੁਲਾ ਕੇ ਲਿਆ। ਅੱਗੇ ਵੀ ਬਹੁਤ ਸਤਿਕਾਰ ਕਰਦੇ ਸੀ ਰਾਏ ਬੁਲਾਰ ਜੀ, ਮਹਾਰਾਜ ਦੇ ਪਿਤਾ ਜੀ ਦਾ। ਕਿਉਂਕਿ ਜਿਹੜੇ ਸਿਆਣੇ ਬੰਦੇ ਹੁੰਦੇ ਆ ਨਾ, ਉਹ ਭਾਵੇਂ ਉੱਚੇ ਅਹੁਦਿਆਂ ਤੇ ਚਲੇ ਜਾਣ, ਉਹ ਸਾਰਿਆਂ ਦਾ ਸਤਿਕਾਰ ਕਰਦੇ। ਜਿਹੜੇ ਸਿਆਣੇ ਹੁੰਦੇ ਆ ਨਾ, ਬੁੱਧੀਮਾਨ ਹੁੰਦੇ ਆ, ਉਹ ਉੱਚੇ ਅਹੁਦੇ ਤੇ ਬੈਠ ਕਰਕੇ ਵੀ ਸਾਰਿਆਂ ਨਾਲ ਪਿਆਰ ਰੱਖਦੇ ਤੇ ਸਾਰਿਆਂ ਦਾ ਸਤਿਕਾਰ ਕਰਦੇ ਆ। ਤੇ ਜਿਨ੍ਹਾਂ ਨੂੰ ਰੱਬ ਮਤ ਨਹੀਂ ਨਾ ਦਿੰਦਾ, ਉਹਨਾਂ ਨੂੰ ਪਦਵੀ ਮਿਲ ਜਾਏ ਸਹੀ, ਉਹ ਆਕੜ ਖਲੋਂਦੇ ਆ, ਉਹਨਾਂ ਦੀ ਤੋਰ ਹੀ ਹੋਰ ਹੋ ਜਾਂਦੀ ਆ, ਉਹਨਾਂ ਦੀ ਬੋਲੀ ਬਦਲ ਜਾਂਦੀ ਆ। ਉਹ ਫਿਰ ਵਹਿੰਦੇ ਹੀ ਨਹੀਂ, ਪਹਿਲੋਂ ਬਰਾਬਰ ਹੀ ਹੁੰਦੇ ਆ, ਪਰ ਜਿਸ ਦਿਨ ਕੋਈ ਅਹੁਦਾ ਮਿਲਿਆ ਨਹੀਂ ਤੇ ਉਸੇ ਦਿਨ ਚਾਲ ਹੀ ਬਦਲ ਗਈ। ਮਹਾਂਪੁਰਖ ਕਿਆ ਕਰਦੇ, ਕਹਿੰਦੇ ਕੁਰਸੀ ਦਾ ਇਹ ਅਹੁਦੇ ਦਾ ਸੁਭਾਅ ਹੀ ਐਸਾ ਹੈ। ਕਹਿੰਦੇ ਵੀ ਕੋਈ ਕੁਰਸੀ ਤੇ ਬੈਠਣ ਲੱਗਾ ਸੀ, ਉਹਨੇ ਕਿਹਾ ਹੁਣ ਮੈਨੂੰ ਜਿਹੜੀ ਗੱਲਬਾਤ ਕਰਨੀ ਕਰ ਲੋ, ਕੱਲ ਨੂੰ ਮੈਂ ਕੁਰਸੀ ਤੇ ਬਹਿਣਾ। ਕਹਿੰਦੇ ਫਿਰ ਕੀ? ਕਹਿੰਦਾ ਮੈਨੂੰ ਅਹੁਦਾ ਮਿਲ ਜਾਣਾ। ਕਹਿੰਦੇ ਫਿਰ ਕੀ ਹੋਊਗਾ? ਕਹਿੰਦਾ ਫਿਰ ਮੈਂ ਇਹਨਾਂ ਤੇ ਬੋਲਾ ਹੋ ਜਾਣਾ, ਕਿਉਂਕਿ ਅਹੁਦੇ ਤੇ ਬੈਠ ਜਾਈਏ ਫਿਰ ਦਿਸਣੋਂ ਘਟ ਜਾਂਦਾ, ਸੁਣਨੋਂ ਵੀ ਘਟ ਜਾਂਦਾ। ਫਿਰ ਉਹੋ ਹੀ ਬੰਦਾ ਹੁੰਦਾ ਵਾ, ਕਿਸੇ ਦੀ ਗੱਲ ਨਾ ਸੁਣਦਾ, ਨਾ ਵੇਂਦਾ, ਨਾ ਫਤਿਹ ਬੁਲਾਉਂਦਾ। ਪਰ ਜਿਹੜੇ ਸਿਆਣੇ ਆ, ਉਹ ਉੱਚੇ ਅਹੁਦੇ ਤੇ ਬੈਠ ਕਰਕੇ ਵੀ ਦੂਜਿਆਂ ਨਾਲ ਪ੍ਰੇਮ ਪਿਆਰ ਕਰਦੇ ਵੀ ਇਹ ਪਰਮੇਸ਼ਰ ਨੇ ਕਿਰਪਾ ਕੀਤੀ ਆ। ਉਹ ਇੱਕ ਅੱਖ ਤੋਂ ਲੱਖ ਬਣਾਉਣ ਵਾਲਾ ਤੇ ਲੱਖਾਂ ਤੋਂ ਕੱਖ ਵੀ ਉਹ ਕਰਨ ਵਾਲਾ। ਜਿਹੜੇ ਬਾਣੀ ਪੜਨ ਵਾਲੇ ਉਹ ਤਾਂ ਜਾਣਦੇ ਵੀ ਇਹ ਪਰਮੇਸ਼ਰ ਦੇ ਵਾਸੀ ਆ, ਵੀ ਜਲ ਤੇ ਥਲ ਕਰ, ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਜੇ ਉਹ ਆਕਾਸ਼ 'ਚ ਚੜਾਉਣ ਵਾਲਾ ਨਾ, ਉੱਚੀਆਂ ਪਦਵੀਆਂ ਤੇ ਬਿਠਾਉਣ ਵਾਲਾ, ਤੇ ਥੱਲੇ ਵੀ ਸੁੱਟ ਸਕਦਾ। ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਨਾਲ ਤਾਂ ਪਹਿਲਾਂ ਵੀ ਬੜਾ ਪਿਆਰ ਕਰਦੇ ਸੀ ਰਾਏ ਬੁਲਾਰ ਜੀ, ਅੱਜ ਜ਼ਿਆਦਾ ਹੀ ਕੀਤਾ ਕੁਝ ਉਹਨਾਂ ਨੇ। ਕਿਉਂਕਿ ਅੱਜ ਪਟਵਾਰੀ ਦੇ ਪੁੱਤਰ ਦਾ ਫਿਰ ਰੂਹਾਨੀ ਕੌਤਕ ਵੇਖਿਆ ਨਾ। ਕਰ ਆਦਰ ਨਿਜ ਨਿਕਟ ਬਿਠਾਇਓ, ਆਪਣੇ ਪਟਵਾਰੀ ਨੂੰ ਮਹਿਤਾ ਕਲਿਆਣ ਚੰਦ ਜੀ ਨੂੰ ਬਹੁਤ ਆਦਰ ਕਰਕੇ ਆਪਣੇ ਪਾਸ, ਆਪਣੇ ਬਰਾਬਰ ਬਿਠਾਇਆ ਹੈ। ਆਖਿਆ ਮਹਿਤਾ ਕਲਿਆਣ ਚੰਦ, ਆਪਣੇ ਪੁੱਤਰ ਸ੍ਰੀ ਨਾਨਕ ਜੀ ਨੂੰ ਪੁੱਤਰ ਨਾ ਸਮਝੀ। ਤੇਰਾ ਪੁੱਤਰ ਕੱਲਾ ਪੁੱਤਰ ਹੀ ਨਹੀਂ ਆ, ਪੁੱਤਰ ਤਾਂ ਤੇਰਾ ਹੈ ਹੀ ਆ, ਪਰ ਕੱਲਾ ਪੁੱਤਰ ਨਾ ਸਮਝੀ। ਇਹ ਤੇਰੇ ਘਰ ਦੇ ਵਿੱਚ ਖੁਦਾ ਦਾ ਅਵਤਾਰ ਹੋਇਆ ਹੈ, ਇਹ ਪ੍ਰਭੂ ਦਾ ਅਵਤਾਰ ਆਇਆ ਤੇਰੇ ਘਰ ਦੇ ਵਿੱਚ। ਇਹ ਮਹਿਤਾ ਕਲਿਆਣ ਚੰਦ, ਸੰਸਾਰ ਦੇ ਵਿੱਚ ਤੇਰੇ ਵੱਡੇ ਹੀ ਭਾਗ, ਤੇਰੇ ਭਾਗ ਜਾਗੇ ਹਨ। ਰਾਏ ਬੁਲਾਰ ਜੀ ਕਹਿੰਦੇ ਤੇਰੇ ਬਰਾਬਰ ਮੈਂ ਦੁਨੀਆ ਵਿੱਚ ਹੋਰ ਕੋਈ ਵੇਖਦਾ ਹੀ ਨਹੀਂ ਜਿੰਨਾ ਤੂੰ ਵੱਡਿਆਂ ਭਾਗਾਂ ਵਾਲਾ। ਮਹਿਤਾ ਕਲਿਆਣ ਚੰਦ, ਜਿੰਨੇ ਤੇਰੇ ਵੱਡੇ ਭਾਗ ਆ ਨਾ, ਮੈਨੂੰ ਤਾਂ ਸੰਸਾਰ ਵਿੱਚ ਹੋਰ ਕੋਈ ਦਿਸਦਾ ਨਹੀਂ ਵੀ ਇੰਨੇ ਵੱਡੇ ਭਾਗ ਹੋਣਗੇ ਕਿਸੇ ਦੇ, ਹੈ ਵੀ ਨਹੀਂ ਸਾਧ ਸੰਗਤ ਜੀ। ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹ ਮਹਿਤਾ ਕਲਿਆਣ ਚੰਦ ਦੇ ਪੁੱਤਰ ਆ, ਮਾਂ ਤ੍ਰਿਪਤਾ ਦੇ ਲਾਲ ਹਨ। ਤੇ ਉਹਨਾਂ ਦੇ ਫਿਰ ਕਿੱਡੇ ਵੱਡੇ ਭਾਗ, ਨਾਨਕ ਜਨਨੀ ਧੰਨੀ ਮਾਏ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਆਖਿਆ ਤੁਹਾਡੇ ਜਿੱਡੇ ਵੱਡੇ ਭਾਗ ਮੈਂ ਸੰਸਾਰ ਵਿੱਚ ਹੋਰ ਕਿਸੇ ਦੇ ਨਹੀਂ ਵੇਖਦਾ ਹਾਂ। ਇਸ ਕਰਕੇ
ਇਹ ਅਵਤਾਰ ਆਏ ਤੁਹਾਡੇ ਘਰ ਦੇ ਵਿੱਚ ਤੇ ਤੁਸੀਂ ਭਾਵਨਾ ਨਾਲ ਸੇਵਾ ਕਰੋ ਆਪਣੇ ਪੁੱਤਰ ਦੀ। ਅਸਨ ਛਕਣ ਵਾਸਤੇ ਵਧੀਆ ਭੋਜਨ ਦਿਓ, ਬਸਤਰ ਦਿਓ ਪਹਿਨਣ ਵਾਸਤੇ, ਸਤਿਕਾਰ ਦੇ ਨਾਲ ਦੇਵੋ। ਤੇ ਕਦੇ ਵੀ ਸ੍ਰੀ ਨਾਨਕ ਜੀ ਦਾ ਨਿਰਾਦਰ ਨਹੀਂ ਕਰਨਾ ਹੈ। ਇਹ ਮਹਿਤਾ ਕਲਿਆਣ ਚੰਦ ਪੁੱਤਰ ਜਾਣ ਕੇ ਐਵੇਂ ਕਬੂਲ ਨਾ ਬੋਲਣੀ ਸ੍ਰੀ ਨਾਨਕ ਜੀ ਨੂੰ, ਮਾੜੇ ਬੋਲ ਨਾ ਕਦੀ ਬੋਲੀ। ਪਰਮੇਸ਼ਰ ਦੇ ਬਰਾਬਰ ਸ਼ਰਧਾ ਰੱਖੋ ਆਪਣੇ ਪੁੱਤਰ ਦੇ ਉੱਤੇ। ਇਸ ਤਰ੍ਹਾਂ ਫਿਰ ਰਾਏ ਬੁਲਾਰ ਜੀ ਨੇ ਬਾਬਾ ਕਲਿਆਣ ਚੰਦ ਜੀ ਦੇ ਨਾਲ ਜਿਹੜੀ ਗਾਥਾ ਵੇਖੀ ਸੀ ਨਾ, ਕੌਤਕ ਵੇਖਿਆ ਸੀ ਆਉਂਦਿਆਂ ਹੋਇਆਂ, ਸੱਪ ਦੇ ਛਾਂ ਕਰਨ ਵਾਲਾ, ਉਹ ਸਾਰੀ ਗਾਥਾ ਪਿਤਾ ਜੀ ਨੂੰ ਦੱਸੀ ਕਿ ਅਸੀਂ ਆਹ ਕੁਝ ਵੇਖ ਕੇ ਆਏ ਹਾਂ। ਅੱਜ ਤੁਹਾਡੇ ਪੁੱਤਰ ਨੂੰ ਅਸੀਂ ਬਾਹਰ ਮੱਝਾਂ ਗਾਵਾਂ ਚਾਰਦੇ ਹੋਇਆਂ ਵੇਖਿਆ ਸੀ। ਇਹ ਲੰਮੇ ਪਏ ਸੀ, ਇਹਨਾਂ ਦੇ ਚਿਹਰੇ ਉੱਤੇ ਜਦੋਂ ਧੁੱਪ ਆ ਗਈ ਸੀ ਤੇ ਸੱਪ ਨੇ ਫਨ ਖਿਲਾਰ ਕੇ ਛਾਂ ਕੀਤੀ ਇਹਨਾਂ ਦੇ ਚਿਹਰੇ ਤੇ। ਇਸ ਕਰਕੇ ਸਧਾਰਨ ਬਾਲਕ ਨਹੀਂ ਹੈ ਮਹਿਤਾ ਕਲਿਆਣ ਚੰਦ ਤੁਹਾਡਾ ਪੁੱਤਰ, ਇਹ ਖੁਦਾ ਦਾ ਅਵਤਾਰ ਹੈ। ਸਾਨੂੰ ਵੇਖ ਕਰਕੇ ਉਹ ਸੱਪ ਨੇ ਆਪਣੇ ਆਪ ਨੂੰ ਛਿਪਾ ਲਿਆ ਕਿਸੇ ਪਾਸੇ। ਸੁਣ ਕਰਕੇ ਸਾਰੀ ਗੱਲਬਾਤ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਰਾਏ ਜੀ ਭਲਾ ਹੈ ਜੀ, ਚੰਗਾ ਹੈ ਜੀ। ਪਿਤਾ ਜੀ ਕਹਿੰਦੇ, ਰਾਏ ਜੀ ਠੀਕ ਆ, ਤੁਸੀਂ ਵੇਖੀ ਆ, ਮੈਂ ਵੀ ਜਾਣਾਗਾ ਤੇ ਤਾਂ ਹੀ ਵੇਖਾਂਗਾ ਨਾ, ਜੇ ਮੈਂ ਵੇਖਾਂਗਾ ਤੇ ਤਾਂ ਹੀ ਜਾਣਾਗਾ। ਤੁਸੀਂ ਵੇਖੀ ਆ ਠੀਕ ਆ, ਹੋਵੇਗੀ ਕਲਾ, ਪਰ ਮੈਂ ਤੇ ਹਲੇ ਵੇਖੀ ਨਹੀਂ ਕਲਾ, ਵੀ ਜੇ ਹੋਵੇਗੀ ਤਾਂ ਵੇਖੀ ਜਾਏਗੀ। ਇਸ ਤਰ੍ਹਾਂ ਕਹਿ ਕੇ ਰਾਏ ਜੀ ਦੇ ਪਾਸ ਅਸ਼ਰਧਾ ਹੀ ਧਾਰੀ ਹੋਈ ਹੈ, ਚਲੇ ਗਏ, ਭਾਵ ਸ਼ਰਧਾ ਨਹੀਂ ਧਾਰਨ ਕੀਤੀ। ਜਿਨ੍ਹਾਂ ਦੇ ਉੱਤੇ ਕਹਿੰਦੇ ਮਾਇਆ ਦਾ ਮੋਹ ਬੜਾ ਸਖਤ, ਬਹੁਤ ਬਲ ਵਾਲਾ, ਪਰਬਲ ਪਿਆ ਹੋਇਆ, ਭਾਰੀ ਮਾਇਆ ਦਾ ਮੋਹ ਜਿਹੜਾ ਹੈ ਨਾ, ਮਾਇਆ ਦਾ ਪਰਦਾ ਉਹ ਪਿਆ ਹੋਇਆ, ਉਹ ਆਪਣੇ ਆਪ ਨਹੀਂ ਪੈਂਦਾ, ਉਹ ਮਹਾਰਾਜ ਨੇ ਆਪ ਹੀ ਪਾਇਆ। ਜਿਹਦੇ ਤੇ ਪਾਉਂਦੇ ਉਹਦੇ ਤੇ ਪੈਂਦਾ, ਜਿਹਦਾ ਲਾਹ ਦਿੰਦੇ ਉਹਦਾ ਲੈਂਦਾ। ਇਸ ਕਰਕੇ ਮਹਾਰਾਜ ਸਾਹਿਬ ਨੇ ਉਹ ਮਾਇਆ ਦਾ ਮੋਹ ਦਾ ਜਿਹੜਾ ਭਾਰੀ ਪਰਬਲ ਜਿਹੜਾ ਹੈ ਨਾ, ਉਹ ਪਰਦਾ ਪਾਇਆ ਹੈ। ਕਹਿੰਦੇ ਵੀ ਹੁਣ ਬਾਬਾ ਕਲਿਆਣ ਚੰਦ ਜੀ ਵੀ ਉਸੇ ਤਰ੍ਹਾਂ ਹੀ ਕਰ ਰਹੇ ਆ, ਜਿਵੇਂ ਨਿਯੰਤਾ ਨਾਮ ਪ੍ਰੇਰਕ, ਪ੍ਰੇਰਕ ਪਰਮੇਸ਼ਰ ਜਿਵੇਂ ਪ੍ਰੇਰਦੇ ਆ, ਉਸੇ ਤਰ੍ਹਾਂ ਉਹ ਕਰਦੇ ਹਨ। ਜਿਵੇਂ ਕਹਿੰਦੇ ਵੀ ਵਾਜੇ ਦੇ ਆਪਣੇ ਵੱਸ ਕੁਝ ਨਹੀਂ ਹੁੰਦਾ, ਵਾਜਾ ਤੇ ਉਹ ਸੁਰ ਕੱਢਦਾ ਜਿਹੜਾ ਵਜਾਉਣ ਵਾਲਾ ਨੱਪੇ, ਵਜਾਉਣ ਵਾਲਾ ਜਿਵੇਂ ਵਜਾਵੇ ਤੇ ਵਾਜਾ ਉਂਝ ਹੀ ਵੱਜਦਾ ਹੈ। ਦਾਰਨਾਰ ਕਹਿੰਦੇ ਪੁਤਲੀਆਂ, ਪੁਤਲੀਆਂ ਦੇ ਕਹਿੰਦੇ ਕੀ ਵੱਸ ਹੈ, ਪੁਤਲੀਆਂ ਦਾ ਕੀ ਦੋਸ਼ ਹੈ, ਕੀ ਗੁਨਾਹ ਹੈ। ਹੁਣ ਪੁਤਲੀਆਂ ਜਿਹੜੀਆਂ, ਉਹਨਾਂ ਦੇ ਉੱਤੇ ਕੀ ਕਿਰਪਾ, ਕੀ ਤਰਸ ਕਰਨਾ ਤੇ ਕੀ ਉਹਨਾਂ ਦੇ ਉੱਤੇ ਰੋਸ ਕਰਨਾ ਹੈ। ਪੁਤਲੀਆਂ ਦੇ ਵੱਸ ਵਿੱਚ ਨਾ ਕੋਈ ਗੁਣ ਹੈ ਤੇ ਨਾ ਉਹਨਾਂ ਦਾ ਦੋਸ਼ ਹੈ, ਕਿਉਂਕਿ ਜੀਵ ਪੁਤਲੀਆਂ ਦੀ ਤਰ੍ਹਾਂ ਵਾ ਤੇ ਇਹਨਾਂ ਪੁਤਲੀਆਂ ਦੀ ਤਾਰ ਕਰਤਾਰ ਦੇ ਹੱਥ ਵਿੱਚ ਹੈ, ਉਹ ਜਿਵੇਂ ਨਚਾਉਂਦਾ ਪੁਤਲੀਆਂ ਨੱਚੀ ਜਾਂਦੀਆਂ। ਤੋ ਇਸ ਤਰ੍ਹਾਂ ਕਹਿੰਦੇ ਹਨ ਕਿ ਜਿਹੜੀ ਮਾਇਆ ਹੈ ਨਾ, ਸ੍ਰੀ ਨਾਨਕ ਅਨੁਸਾਰੀ ਮਾਇਆ, ਉਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਨੁਸਾਰੀ ਆ ਸਾਰੀ ਮਾਇਆ ਸ੍ਰਿਸ਼ਟੀ ਦੀ। ਮਾਇਆ ਵੀ ਆਪਣੇ ਆਪ ਨਹੀਂ ਕਿਸੇ ਦੇ ਉੱਤੇ ਆਪਣਾ ਪ੍ਰਭਾਵ ਪਾਉਂਦੀ, ਜਿਵੇਂ ਮਹਾਰਾਜ ਇੱਛਾ ਕਰਦੇ ਆ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਮਾਇਆ ਉਸੇ ਤਰ੍ਹਾਂ ਹੀ ਚੱਲਦੀ ਹੈ, ਮਹਾਰਾਜ ਦੇ ਹੁਕਮ ਦੇ ਵਿੱਚ ਵਰਤਦੀ ਸਾਰੀ ਮਾਇਆ। ਮਾਇਆ ਉਸੇ ਤਰ੍ਹਾਂ ਹੀ ਆਪਣਾ ਛਾਇਆ, ਆਪਣਾ ਪ੍ਰਭਾਵ ਪਾਉਂਦੀ, ਜਿਵੇਂ ਮਹਾਰਾਜ ਇੱਛਾ ਕਰਦੇ ਆ। ਪਿਤਾ ਜੀ ਉੱਤੇ ਉਹ ਮਾਇਆ ਦਾ ਪ੍ਰਭਾਵ ਮਹਾਰਾਜ ਨੇ ਆਪ ਹੀ ਪਾਇਆ ਹੋਇਆ ਸੰਸਾਰੀ ਮਰਿਆਦਾ ਕਾਇਮ ਰੱਖਣ ਵਾਸਤੇ। ਹੁਣ ਪਿਤਾ ਜੀ ਰਾਏ ਬੁਲਾਰ ਨੂੰ ਮਿਲ ਕੇ ਤੇ ਖੁਸ਼ੀ ਦੇ ਸਮੇਤ ਘਰ ਵਿੱਚ ਆ ਗਏ। ਹੁਣ ਬੇਦੀ ਕੁਲ ਦੇ ਜਿਹੜੇ ਤੁਜਾ ਸਰੂਪ, ਨਿਸ਼ਾਨ ਸਰੂਪ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਭਾਵ ਆਪਣੇ ਪੁੱਤਰ ਦੇ ਨਾਲ ਪਿਤਾ ਜੀ ਹੁਣ ਪਿਆਰ ਕਰਦੇ ਹਨ। ਕੁਝ ਤਾਂ ਇਸ ਕਰਕੇ ਵੀ ਖੁਸ਼ੀ ਕਰਦੇ ਆ ਵੀ ਮੱਝਾਂ ਗਾਵਾਂ ਬੜੀਆਂ ਰੀਝ ਨਾਲ ਚਾਰੀਆਂ,
ਆ ਜਦੋਂ ਦੇ ਸਾਡਾ ਪੁੱਤਰ ਨਾਨਕ ਮੱਝਾਂ ਚਾਰਨ ਲੱਗਾ ਨਾ, ਇੱਕ ਤੇ ਰਾਜੀ ਹੋ ਗਈਆਂ ਮੱਝਾਂ ਗਾਵਾਂ, ਤਕੜੀਆਂ ਹੋ ਗਈਆਂ, ਇੱਕ ਦੁੱਧ ਵੀ ਵਾਧੂ ਦੇਣ ਲੱਗ ਪਈਆਂ, ਤਾਂ ਵੀ ਖੁਸ਼ ਹੁੰਦੇ ਪਿਤਾ ਜੀ। ਫਿਰ ਰਾਏ ਬਲਾਰ ਨੇ ਵੀ ਸਿਫਤ ਬੜੀ ਕੀਤੀ ਹੈ, ਤਾਂ ਵੀ ਖੁਸ਼ ਵਾ ਆਪਣੇ ਪੁੱਤਰ ਦੇ ਉੱਤੇ। ਤੋ ਐਸੇ ਗਰੀਬ ਨਵਾਜ ਸਤਿਗੁਰੂ ਜੀ ਦੇ ਅਚਰਜ ਕੌਤਕ ਹਨ। ਮਹਾਰਾਜ ਸਾਹਿਬ ਜੀ ਨੇ ਜਿਵੇਂ ਮੱਝਾਂ ਗਾਵਾਂ ਚਾਰੀਆਂ, ਜਿਵੇਂ ਚੋਜ ਕੌਤਕ ਕੀਤੇ, ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣਿਆ ਸੀ ਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मया तार, अंधकूप महापयान नानक पार उतार। आए प्रभ शरणागति कृपा निध दयाल, एक अक्षर हर मन बसत नानक होत। कथा निता प्रत होत है सुन हो सिंह, नानक गुर गोबिंद सिंह जी सदा करे। नानक गुर गोबिंद सिंह जी सदा करे कल्याण। वाहिगुरु जी का खालसा, वाहिगुरु जी की फतेह। सत श्री अकाल। वाहिगुरु जी का खालसा, वाहिगुरु जी की फतेह।